ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਜੀ ਜੁਗੋ ਜੁਗ ਅਟਲ ਸਰਬ ਸੁੱਖਾਂ ਦੇ ਦਾਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਣ ਵਿੱਚ ਸੁਭਾਈਮਾਨ ਗੁਰਬਾਣੀ ਕੀਰਤਨ ਸਰਵਣ ਕਰਦੇ ਆਂ। ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾ ਰਹੇ ਗੁਰੂ ਸਵਾਰੇ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਜੋ ਇਹ ਰਾਤਰੀ ਦੇ ਦੀਵਾਨ 'ਚ ਇਹ ਕੁਝ ਘੜੀਆਂ ਸਾਨੂੰ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਭਾਵੇਂ ਜਿੰਨੇ ਮਰਜ਼ੀ ਸਾਡੇ ਕੋਲ ਸੁੱਖ ਸਹੂਲਤਾਂ ਹੋਣ, ਜਿੰਨਾ ਮਰਜ਼ੀ ਵਧੀਆ ਮੌਸਮ ਹੋਏ, ਵਧੀਆ ਥਾਂ ਹੋਏ, ਵਧੀਆ ਰੁਤਬਾ ਹੋਏ, ਪਰ ਜੇ ਪ੍ਰਮਾਤਮਾ ਦਾ ਪਿਆਰ ਹਿਰਦੇ 'ਚ ਨਾ ਹੋਵੇ ਤੇ ਕੁਝ ਵੀ ਸੁਹਾਵਣਾ ਨਹੀਂ ਹੈ। ਗੁਰੂ ਕੇ ਅੰਮ੍ਰਿਤ ਬਚਨ ਕੇ ਸੋਈ ਦਿਨਸ ਸੁਹਾਵੜਾ, ਜਿਤ ਪ੍ਰਭ ਆਵੇ ਚਿਤ, ਜਿਤ ਦਿਨ ਵਿਸਰੇ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ। ਜਦੋਂ ਸਾਨੂੰ ਵਾਹਿਗੁਰੂ ਜੀ ਭੁੱਲ ਜਾਏ, ਉਹ ਰੁੱਤ ਭਾਵੇਂ ਜਿੰਨੀ ਮਰਜ਼ੀ ਵਧੀਆ ਹੋਵੇ, ਉਹ ਥਾਂ ਭਾਵੇਂ ਜਿੰਨਾ ਮਰਜ਼ੀ ਵਧੀਆ ਹੋਵੇ, ਸਾਡੇ ਲਈ ਕਦੀ ਉਹ ਸੁਖਦਾਈ ਨਹੀਂ ਹੋ ਸਕਦਾ। ਆਪਾਂ ਵਡਭਾਗੀ ਇਸ ਕਰਕੇ ਆ ਕਿ ਸਾਨੂੰ ਕੁਝ ਚਿਰ ਉਸ ਪ੍ਰਮਾਤਮਾ ਦੇ ਪਿਆਰ ਜੁੜਨ ਦਾ ਮੌਕਾ ਮਿਲਿਆ। ਜਿੱਥੇ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸੁਣਿਆ ਹੈ, ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਜੀਵਨ ਇਤਿਹਾਸ ਦੀ ਕਥਾ ਆਪ ਜੀ ਹਰ ਰੋਜ਼ ਸਰਵਣ ਕਰਦੇ ਹੋ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਵਡਿਆਈ ਕਰਦਿਆਂ ਭਾਈ ਗੁਰਦਾਸ ਜੀ ਨੇ ਇੱਕ ਬਚਨ ਲਿਖਿਆ, ਜਾਹਰ ਪੀਰ ਜਗਤ ਗੁਰੂ ਬਾਬਾ। ਸਿੱਧ ਆਪਣੇ ਇਸ ਮੁਲਕ ਦੀ ਇੱਕ ਬੜੀ ਵੱਡੀ ਸੰਪਰਦਾ ਹੈ, ਸਿੱਧਨਾਥ ਜੋਗੀ। ਜਦੋਂ ਉਹਨਾਂ ਦੀ ਗੁਰੂ ਸਾਹਿਬ ਜੀ ਦੇ ਨਾਲ ਗਿਆਨ ਚਰਚਾ ਹੋਈ, ਉਹਨਾਂ ਨੇ ਇੱਕ ਗੱਲ ਕਹੀ, ਸਿੱਧ ਬੋਲਣ ਸੋ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਇਹ ਮਹਾਨਤ ਹੈ, ਇਹ ਵਡਿਆਈ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਵਿਚਾਰ ਕੇਵਲ ਲੋਕਾਂ ਦੇ ਉੱਪਰ ਥੋਪੇ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਨੇ ਲੋਕਾਂ ਨੂੰ ਸੁਣਿਆ ਵੀ ਹੈ, ਲੋਕਾਂ ਨਾਲ ਚਰਚਾ ਵੀ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਜੋਗੀਆਂ ਨਾਲ ਚਰਚਾ ਹੈ, ਸਤਿਗੁਰੂ ਜੀ ਦੀ ਸਿੱਧਾਂ ਨਾਲ ਚਰਚਾ ਹੈ, ਬ੍ਰਾਹਮਣ ਨਾਲ ਚਰਚਾ ਹੈ, ਮੁਸਲਮਾਨ ਨਾਲ ਚਰਚਾ ਹੈ, ਹਰ ਤਰ੍ਹਾਂ ਦੇ ਵਿਅਕਤੀ ਨਾਲ, ਰਾਜੇ ਨਾਲ ਚਰਚਾ ਹੈ, ਇੱਕ ਜ਼ਿਮੀਂਦਾਰ ਨਾਲ ਚਰਚਾ ਹੈ। ਚਰਚਾ ਦੇ ਨਾਲ ਦਰਅਸਲ ਵਿਕਾਸ ਹੁੰਦਾ ਹੈ। ਜਿਸ ਮਨੁੱਖ ਅੰਦਰ, ਜਿਸ ਸਮਾਜ ਅੰਦਰ, ਜਿਸ ਮੁਲਕ ਅੰਦਰ, ਜਿਸ ਸਿਸਟਮ ਦੇ ਅੰਦਰ ਦੂਜਿਆਂ ਦੀ ਗੱਲ ਨੂੰ ਸੁਣਨ ਦੀ ਦਲੇਰੀ ਨਹੀਂ ਹੈ, ਜਾਂ ਇਵੇਂ ਕਹਿ ਲਓ ਕਿ ਦੂਜਿਆਂ ਨੂੰ ਬੋਲਣ ਦਾ ਅਧਿਕਾਰ ਹੀ ਨਹੀਂ ਦਿੱਤਾ ਜਾਂਦਾ, ਉਹ ਮੁਲਕ, ਉਹ ਮਨੁੱਖ ਜਾਂ ਉਹ ਸਮਾਜ ਕਦੀ ਵੀ ਤਰੱਕੀ ਨਹੀਂ ਕਰ ਸਕਦਾ। ਤਰੱਕੀ ਦਾ ਜਾਂ ਅੱਗੇ ਵਧਣ ਦਾ ਇੱਕ ਤਰੀਕਾ ਹੈ ਕਿ ਗੱਲਬਾਤ ਦਾ ਆਦਾਨ ਪ੍ਰਦਾਨ ਹੋਵੇ, ਦੂਜਿਆਂ ਨੂੰ ਸੁਣਨ ਦਾ ਮੌਕਾ ਦਿੱਤਾ ਜਾਏ। ਕਿੰਨਾ ਵੀ ਕੋਈ ਤੁਹਾਡਾ ਵਿਰੋਧੀ ਹੋਵੇ, ਉਹਨੂੰ ਤੁਸੀਂ ਸੁਣੋ, ਉਹਨੂੰ ਸੁਣਨ ਦਾ ਮੌਕਾ, ਬੋਲਣ ਦਾ ਮੌਕਾ ਦਿਓ। ਜਿਨ੍ਹਾਂ ਕੰਟਰੀਆਂ ਦੀ ਅੱਜ ਅਸੀਂ ਗੱਲ ਕਰਦੇ ਕਿ ਉਹ ਬੜੇ ਵਿਕਸਤਸ਼ੀਲ ਜਾਂ ਬੜੇ ਵਿਕਾਸ ਵਾਲੇ ਮੁਲਕ ਨੇ ਜਾਂ ਅੱਗੇ ਵਧੂ ਮੁਲਕ ਨੇ, ਉਹਨਾਂ ਦੀ ਇਹ ਖੂਬੀ ਹੈ। ਇੰਗਲੈਂਡ ਦੀ ਧਰਤੀ 'ਤੇ ਉਹਨੇ ਇੱਕ ਹਾਈਡ ਪਾਰਕ ਬਣਾਇਆ। ਉੱਥੇ ਜਾ ਕੇ ਤੁਸੀਂ ਗੌਰਮੈਂਟ ਨੂੰ ਜੋ ਮਰਜ਼ੀ ਕਹਿ ਸਕਦੇ, ਭਾਵੇਂ ਉੱਥੇ ਦੇ ਪ੍ਰਾਈਮ ਮਿਨਿਸਟਰ ਦੇ ਵਿਰੁੱਧ ਜਾਂ ਉੱਥੋਂ ਦੇ ਤੁਸੀਂ ਰਾਸ਼ਟਰਪਤੀ ਜੋ ਮਰਜ਼ੀ ਕਹਿ ਸਕਦੇ, ਚੰਗੀਆਂ ਮੰਦੀਆਂ ਗੱਲਾਂ ਕਰ ਸਕਦੇ, ਤੁਹਾਨੂੰ ਕੋਈ ਰੋਕੇਗਾ ਨਹੀਂ। ਅਧਿਕਾਰ ਹੈ ਉੱਥੋਂ ਦੇ ਲੋਕਾਂ ਦਾ, ਹਰ ਕੰਟਰੀ ਦੇ ਅੰਦਰ ਇਹ ਅਧਿਕਾਰ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਨਵੀਂ ਪਿਰਤ ਪਾਈ ਧਰਮ ਦੀ ਦੁਨੀਆ 'ਚ, ਕਿਉਂਕਿ ਧਰਮ ਦੀ ਦੁਨੀਆ 'ਚ ਇੱਕ ਧਰਮ ਵਾਲਾ ਦੂਜੇ ਨੂੰ ਸੁਣਨ ਲਈ ਤਿਆਰ ਹੀ ਨਹੀਂ ਹੈ। ਉਹ ਕਹਿੰਦਾ ਮੇਰਾ ਹੀ ਧਰਮ ਵੱਡਾ ਹੈ। ਇਹ ਇਤਿਹਾਸਿਕ ਸੱਚਾਈ ਹੈ। ਭਾਈ ਗੁਰਦਾਸ ਜੀ ਨੇ ਕਿਹਾ ਸੀ, ਚਾਰ ਵਰਨ ਚਾਰ ਮਜ਼ਹਬਾਂ ਜੱਗ ਵਿੱਚ, ਹਿੰਦੂ ਮੁਸਲਮਾਨੀ, ਖੁਦੀ ਬਖੀਲੀ, ਤਕੱਬਰੀ, ਖਿੰਚੋ ਤਾਣ, ਕਰੇਨ ਤੰਗਾਣੇ। ਬਿਨਾਂ ਹੀ ਕਾਰਨ ਤੋਂ ਲੜੀ ਜਾਂਦੇ ਧਰਮਾਂ ਦੇ ਲੋਕ। ਹਾਲਾਂਕਿ ਧਰਮ ਨੇ ਵਧਣਾ ਆਪਣੇ ਸਿਧਾਂਤ ਦੇ ਸਿਰ ਤੇ, ਕੋਈ ਚੀਜ਼ ਵਿਕਣੀ ਆਪਣੀ ਕੁਆਲਿਟੀ ਦੇ ਸਿਰ ਤੇ। ਲੇਕਿਨ ਕੋਈ ਕਹੇ ਜੀ ਤੈਨੂੰ ਡਾਂਗ ਨਾਲ ਹੀ ਮੈਂ ਧਰਮੀ ਬਣਾ ਲਾਂਗਾ, ਦੁਆ ਮੁਖ ਬੋਲ ਧਰਮੀ ਬਣ ਜਾਏਗਾ। ਇਹ ਮਨੁੱਖ ਦੀ ਮੂਰਖਤਾ ਹੈ, ਇਹਦੋਂ ਵੱਧ ਕੁਝ ਨਹੀਂ ਹੋ ਸਕਦਾ। ਭਾਈ ਸਾਹਿਬ ਜੀ ਕਹਿੰਦੇ, ਖਿੰਚੋ ਤਾਣ, ਕਰੇਨ ਤੰਗਾਣੇ, ਖੈ ਮਰਦੇ ਬਾਹਮਣ ਮੌਲਾਣੇ। ਧਰਮਾਂ ਦੇ ਨਾਂ ਤੇ ਲੜਾਈਆਂ ਨੇ, ਝਗੜੇ ਨੇ। ਇੱਕ ਧਰਮ ਵਾਲਾ ਦੂਜੇ ਧਰਮ ਨੂੰ ਸੁਣਨ ਲਈ ਤਿਆਰ ਹੀ ਨਹੀਂ ਹੈ, ਉਹਨੂੰ ਬੋਲਣ ਦਾ ਅਧਿਕਾਰ ਹੀ ਨਹੀਂ ਦਿੰਦਾ। ਔਰ ਸਾਡੇ ਮੁਲਕ ਦੀ ਮਾਨਸਿਕਤਾ ਹੈ, ਧਰਮ ਹੀ ਨਹੀਂ, ਜੇ ਕੋਈ ਪੋਲੀਟੀਸ਼ੀਅਨ ਬਣ ਜੇ ਕਹਿੰਦੇ ਦੂਜੇ ਨੂੰ ਬੋਲਣ ਦਾ ਅਧਿਕਾਰ ਹੀ ਨਹੀਂ ਹੈ, ਮੈਂ ਹੀ ਸਭ ਕੁਝ ਆ। ਆਪਾਂ ਦੇਖਦੇ ਹੀ ਆ ਨਾ, ਦੂਜੇ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਇਤਿਹਾਸ ਦੀ ਇਹ ਕਥਾ ਅਸੀਂ ਸੁਣ ਰਹੇ ਹਾਂ। ਸਤਿਗੁਰੂ ਜੀ ਪਾਕਪਟਨ ਦੇ ਇਲਾਕੇ 'ਚ ਗਏ ਨੇ। ਇਹ ਇਲਾਕੇ 'ਚ ਬਾਬਾ ਫਰੀਦ ਸਾਹਿਬ ਜੀ ਦਾ ਸਥਾਨ ਹੈ।
ਬਾਬਾ ਫਰੀਦ ਸਾਹਿਬ ਜੀ ਦੀ ਬਹੁਤ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਇਮਾਨ ਹੈ, ਬੜੀ ਮਿੱਠੀ, ਬੜੀ ਰਸਦਾਇਕ, ਐਨ ਅੰਮ੍ਰਿਤ ਭਿੱਜੀ ਬਾਣੀ ਬਾਬਾ ਫਰੀਦ ਸਾਹਿਬ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ। ਫਰੀਦ ਸਾਹਿਬ ਜੀ ਇਸਲਾਮ ਮਤ ਸੂਫੀ ਵਿਚਾਰਾਂ ਦੇ ਨੇ। ਗੁਰੂ ਨਾਨਕ ਸਾਹਿਬ ਜੀ ਗਏ, ਸ਼ੇਖ ਬ੍ਰਹਮ ਬਾਬਾ ਫਰੀਦ ਸਾਹਿਬ ਜੀ ਦੇ ਸਥਾਨ ਤੇ ਜੋ ਸੇਵਾ ਨਿਭਾ ਰਿਹਾ ਸੀ, ਗੱਦੀਦਾਰ ਸੀ। ਗੁਰੂ ਨਾਨਕ ਸਾਹਿਬ ਜੀ ਇੱਕ ਥਾਂ ਤੇ ਬੈਠੇ ਅੰਮ੍ਰਿਤ ਵੇਲੇ ਗੁਰਬਾਣੀ ਦਾ ਕੀਰਤਨ ਕਰ ਰਹੇ ਨੇ। ਸ਼ੇਖ ਬ੍ਰਹਮ ਦੇ ਇੱਕ ਮਰੀਦ ਦੇ ਕੰਨੀ ਆਵਾਜ਼ ਪਈ, ਜੋ ਸਤਿਗੁਰੂ ਜੀ ਨੇ ਸ਼ਲੋਕ ਗਾਇਨ ਕੀਤਾ। ਉਹ ਸਤਿਗੁਰੂ ਜੀ ਦੇ ਕੋਲ ਆ ਗਿਆ, ਆ ਕੇ ਸਤਿਗੁਰੂ ਜੀ ਦੇ ਨਾਲ ਗੱਲਬਾਤ ਕੀਤੀ। ਉਹਦੀ ਬੜੀ ਤਸੱਲੀ ਹੋਈ, ਬੜਾ ਪ੍ਰਸੰਨ ਹੋਇਆ, ਗਦਗਦ ਹੋ ਗਿਆ ਉਹ ਗੱਲ ਸੁਣ ਕੇ। ਇਹ ਐਕਚੁਅਲੀ ਧਰਮੀ ਮਨੁੱਖ ਦੀ ਪਹਿਚਾਣ ਹੈ ਕਿ ਦੂਜੇ ਵਿਅਕਤੀ ਨੂੰ ਭਾਵੇਂ ਉਹ ਆਪਣੇ ਧਰਮ ਦਾ ਹੈ ਜਾਂ ਨਹੀਂ ਹੈ, ਉਹਦੇ ਕੋਲੋਂ ਜੇ ਉਹਨੂੰ ਗੱਲ ਮਿਲੇ ਤੇ ਉਹ ਸੁਣ ਕੇ ਖੁਸ਼ ਹੋ ਜਾਏ। ਪਰ ਜਿਹੜਾ ਬੰਦਾ ਕਹੇ ਕਿ ਮੈਂ ਭਾਵੇਂ ਕੂੜਾ ਹੀ ਚੁੱਕੀ ਫਿਰਾਂ, ਮੇਰਾ ਹੀ ਠੀਕ ਹੈ, ਦੂਜੇ ਨੂੰ ਮੈਂ ਸੁਣਨਾ ਹੀ ਨਹੀਂ ਹੈ, ਉਹ ਧਰਮੀ ਹੋ ਹੀ ਨਹੀਂ ਸਕਦਾ। ਧਰਮੀ ਦੀ ਪਹਿਲੀ ਪਹਿਚਾਣ ਇਹ ਹੈ, ਜਾਂ ਇੱਕ ਆਦਰਸ਼ਕ ਜਾਂ ਸ੍ਰੇਸ਼ਟ ਮਨੁੱਖ ਦੀ ਪਹਿਲੀ ਪਹਿਚਾਣ ਇਹ ਹੈ, ਜਾਂ ਸਮਾਜ ਦੀ ਜਾਂ ਸਿਸਟਮ ਦੀ ਜਾਂ ਪ੍ਰਬੰਧ ਦੀ ਪਹਿਲੀ ਪਹਿਚਾਣ ਇਹ ਹੈ ਕਿ ਵਿਰੋਧੀ ਭਾਵੇਂ ਜਿੰਨਾ ਮਰਜ਼ੀ ਵਿਰੋਧੀ ਹੋਵੇ, ਤੁਸੀਂ ਉਹਨੂੰ ਪਸੰਦ ਕਰਦੇ ਹੋ ਜਾਂ ਨਹੀਂ ਕਰਦੇ, ਲੇਕਿਨ ਜੇ ਉਹ ਬੋਲਦਾ ਉਹਦੇ ਵਿੱਚੋਂ ਜੇ ਤੁਹਾਨੂੰ ਕੋਈ ਚੰਗੀ ਗੱਲ ਮਿਲਦੀ ਹੈ ਤੇ ਉਹਨੂੰ ਸੁਣ ਲਓ, ਉਹਨੂੰ ਐਪਰੀਸ਼ੀਏਟ ਕਰੋ। ਆਪਾਂ ਦੇਖਦੇ ਹਾਂ ਸਾਡਾ ਇੱਕ ਸੁਭਾਅ ਕੀ ਬਣ ਗਿਆ, ਰਾਜਨੀਤਿਕ ਲੋਕਾਂ ਦਾ ਵੀ ਦੂਜਿਆਂ ਦਾ ਵੀ। ਆ ਤੁਸੀਂ ਦੇਖਦੇ ਚਰਚਾ ਹੁੰਦੀ ਹੈ, ਟੈਲੀਵਿਜ਼ਨ ਵਾਲਿਆਂ ਨੇ ਇੱਕ ਤਮਾਸ਼ਾ ਜਿਹਾ ਬਣਾਇਆ ਡਿਬੇਟ ਕਰਨ ਦਾ, ਐਵੇਂ ਲੋਕਾਂ ਨੂੰ ਰੁੱਝੇ ਰੱਖਣ ਦਾ, ਹੋਰ ਕੋਈ ਕਾਰਨ ਨਹੀਂ, ਉਹ ਚੋਂ ਨਿਕਲਦਾ ਕੁਝ ਨਹੀਂ ਹੈ। ਉਹਦੇ 'ਚ ਇੱਕ ਪਾਰਟੀ ਵਾਲਾ ਜਿੰਨਾ ਮਰਜ਼ੀ ਅੱਤ ਦਰਜੇ ਦਾ ਝੂਠਾ ਹੁੰਦਾ ਔਰ ਢੀਠ ਬੜੇ ਹੁੰਦੇ ਨੇ ਲੋਕ, ਉਹ ਦੂਜੇ ਦੀ ਦਲੀਲ ਨੂੰ ਸੁਣ ਲਈ ਤਿਆਰ ਹੀ ਨਹੀਂ, ਆਪਣੀ ਝੂਠ ਨੂੰ ਸੱਚ ਬਣਾਉਣ 'ਚ ਲੱਗਾ ਹੋਇਆ ਹੁੰਦਾ। ਔਰ ਇਸੇ ਤਰ੍ਹਾਂ ਧਰਮ ਦੀ ਦੁਨੀਆ 'ਚ ਵੀ ਇਹੀ ਹੈ ਕਿ ਦੂਜੇ ਦੀ ਗੱਲ ਨੂੰ ਸੁਣ ਲਈ ਤਿਆਰ ਕੋਈ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਦੀ ਗੱਲ ਸੁਣੀ, ਸ਼ਲੋਕ ਸੁਣਿਆ, ਉਹ ਮੁਰੀਦ ਕਾਇਲ ਹੋ ਗਿਆ ਕਿ ਇੰਨੇ ਮਿੱਠੇ ਬਚਨ, ਇੰਨੇ ਪਿਆਰੇ ਬਚਨ। ਆਪਣੀ ਮੁਰਸ਼ਦ ਕੋਲ ਜਾਂਦਾ ਹੈ, ਆਪਣੇ ਪੀਰ ਕੋਲ ਜਾਂਦਾ ਹੈ ਕਿ ਅੱਜ ਮੈਂ ਇੱਕ ਮਹਾਂਪੁਰਖ ਦੇ ਬਚਨ ਸੁਣੇ, ਉਹਨੇ ਇੱਕ ਰੱਬ ਦੀ ਗੱਲ ਕੀਤੀ, ਆਪੇ ਪੱਟੀ ਕਲਮ ਆਪ, ਉੱਪਰ ਲੇਖ ਵੀ ਤੂੰ, ਦੂਜਾ ਕਹੀਏ ਨਾਨਕਾ। ਸਤਿਗੁਰੂ ਜੀ ਦੀ ਇਹ ਗੱਲ ਜਦੋਂ ਉਸ ਪੀਰ ਨੇ ਸੁਣੀ ਤੇ ਪੀਰ ਨੇ ਇੱਕ ਸ਼ਲੋਕ ਗਾਇਨ ਕੀਤਾ। ਪਹਿਲਾਂ ਕਹਿਣ ਲੱਗਾ ਹਿੰਦੂ ਕੋਈ ਏਡਾ ਵੱਡਾ ਕਿਵੇਂ ਹੋ ਸਕਦਾ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਇਸ ਮੁਲਕ 'ਚੋਂ ਗਏ ਸਨ ਜਿਹਨੂੰ ਹਿੰਦੁਸਤਾਨ ਕਹਿੰਦੇ ਸਨ ਉਹ, ਔਰ ਉਹਨਾਂ ਦਾ ਖਿਆਲ ਸੀ ਕਿ ਮੁਸਲਮਾਨ ਹੀ ਵੱਡੇ ਸਿਆਣੇ ਹੋ ਸਕਦੇ, ਹੋਰ ਕੋਈ ਨਹੀਂ ਹੋ ਸਕਦਾ। ਇਵੇਂ ਹਿੰਦੂਆਂ ਦਾ ਖਿਆਲ ਸੀ ਕਿ ਹਿੰਦੂ ਹੀ ਸਿਆਣੇ ਹੁੰਦੇ, ਦੂਜਾ ਹੁੰਦਾ ਹੀ ਕੋਈ ਨਹੀਂ ਹੈ। ਜਿਸ ਵੇਲੇ ਗੱਲ ਉਹਨੇ ਪੀਰ ਨੇ ਦੱਸੀ ਪੀਰ ਨੂੰ, ਤੇ ਪੀਰ ਨੇ ਇੱਕ ਆਪਣਾ ਸ਼ਲੋਕ ਜਿਹੜਾ ਸੀ ਉਹ ਸਤਿਗੁਰੂ ਜੀ ਵੱਲ ਭੇਜਿਆ। ਸਤਿਗੁਰੂ ਜੀ ਨੇ ਉਹਦੇ ਜਦੋਂ ਤਸੱਲੀ ਬਖਸ਼ ਉੱਤਰ ਕਰਕੇ ਇੱਕ ਹੋਰ ਸ਼ਲੋਕ ਭੇਜਿਆ। ਸ਼ੇਖ ਬ੍ਰਹਮ ਕਾਇਲ ਹੋ ਗਿਆ ਸਤਿਗੁਰੂ ਜੀ ਦੇ ਇਹਨਾਂ ਬਚਨਾਂ ਦਾ, ਖਿੱਚਿਆ ਆ ਗਿਆ। ਸਤਿਗੁਰੂ ਜੀ ਨੂੰ ਆ ਕੇ ਉਹਨੇ ਨਮਸਕਾਰ ਕੀਤੀ ਹੈ, ਸਤਿਗੁਰੂ ਜੀ ਨੇ ਉਹਦਾ ਸਤਿਕਾਰ ਕੀਤਾ। ਦੇਖੋ ਇਹ ਹੈ ਧਰਮੀ ਲੋਕਾਂ ਦੀ ਪਹਿਚਾਣ। ਧਰਮ ਮੁਸਲਮਾਨ ਨਹੀਂ ਹੈ, ਧਰਮ ਹਿੰਦੂ ਨਹੀਂ ਹੈ, ਧਰਮ ਸਿੱਖ ਨਹੀਂ ਹੈ। ਧਰਮ ਹੈ ਸਾਡੇ ਅੰਦਰ ਰੱਬੀ ਗੁਣ ਜਿਹੜੇ ਨੇ, ਨਿਮਰਤਾ, ਪਿਆਰ, ਸਹਿਣਸ਼ੀਲਤਾ, ਇਹ ਧਰਮ ਹੈ ਮਨੁੱਖ ਦਾ। ਬਾਕੀ ਤੇ ਇੱਕ ਲੈਵਲ ਹੀ ਹੈ, ਜਿਹੜਾ ਮਰਜ਼ੀ ਲਾ ਲਓ, ਜਿਵੇਂ ਨਹੀਂ ਡੱਬੇ 'ਚ ਕੋਈ ਚੀਜ਼ ਬੰਦ ਕੀਤੀ ਹੁੰਦੀ। ਜਿਸ ਵੇਲੇ ਆਇਆ ਸਤਿਗੁਰੂ ਜੀ ਦੇ ਕੋਲ, ਗੁਰੂ ਸਾਹਿਬ ਜੀ ਨੇ ਆਦਰ ਸਤਿਕਾਰ ਕੀਤਾ, ਬੈਠੇ, ਚਰਚਾ ਸ਼ੁਰੂ ਹੋ ਗਈ ਹੈ। ਜੋ ਉਹਨਾਂ ਦੀ ਗੱਲਬਾਤ ਹੋਈ ਉਹਦੇ ਪ੍ਰਥਾਏ ਆਪਾਂ ਅੱਗੇ ਵਾਰਤਾ ਸਰਵਣ ਕਰਦੀ ਹੈ। ਪੀਰ ਕੀ ਸਵਾਲ ਕਰਦਾ ਸਤਿਗੁਰੂ ਜੀ ਦੇ ਨਾਲ, ਸਤਿਗੁਰੂ ਜੀ ਉਹਦਾ ਕੀ ਉੱਤਰ ਦਿੰਦੇ ਨੇ। ਬੜੀ ਸੁਖਦਾਈ, ਬੜੀ ਪਿਆਰੀ, ਬੜੀ ਗਿਆਨਮਈ ਚਰਚਾ ਸਤਿਗੁਰੂ ਜੀ ਦੀ ਹੋਈ ਹੈ। ਔਰ ਇਸੇ ਪੀਰ ਕੋਲੋਂ ਸਤਿਗੁਰੂ ਜੀ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਲੈ ਕੇ ਆਏ ਸਨ, ਜਿਹੜੀ ਬਾਣੀ ਅੱਜ ਆਪਾਂ ਪੜ੍ਹਦੇ ਹਾਂ। ਫਰੀਦਾ ਲੋੜੇ ਦਾਖ ਬਿਜੌਰੀਆਂ, ਕਿੱਕਰ ਬੀਜੇ ਜੱਟ ਹੰਡੇ, ਉਨ ਕਤਾਈਆਂ ਦਾ ਪੈਂਦਾ ਲੋੜੇ ਪੱਟ, ਠੇਠ ਪੰਜਾਬੀ ਦੀ ਬੋਲੀ। 12ਵੀਂ ਸਦੀ 'ਚ ਬਾਬਾ ਫਰੀਦ ਸਾਹਿਬ ਜੀ ਹੋਏ, ਉਦੋਂ ਪੰਜਾਬੀ ਕਿੰਨੀ ਮਿੱਠੀ ਸੀ, ਕਿੰਨੀ ਮਹਾਨ ਸੀ। ਅਸੀਂ ਕਹਿੰਦੇ ਜੇ ਪੰਜਾਬੀ ਜਿਹੜੀ ਹੈ ਉਹ ਮੁੱਕ ਜਾਏਗੀ, ਪੰਜਾਬੀ ਕਦੀ ਨਹੀਂ ਮੁੱਕ ਸਕਦੀ। ਪੰਜਾਬੀ ਸਾਰੀ ਦੁਨੀਆ ਤੇ ਛਾਏਗੀ। ਜਿੰਨਾ ਚਿਰ ਇਸ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਗੂੰਜਦੀ ਹੈ, ਉਹਨਾਂ ਚਿਰ ਇਸ ਧਰਤੀ ਤੇ ਪੰਜਾਬੀ ਨੂੰ ਖਤਮ ਕਰਨ ਵਾਲਾ ਕੋਈ ਨਹੀਂ ਜੰਮਿਆ। ਬੋਲੀਆਂ ਕਿਸੇ ਦੇ ਬਣਾਇਆ ਬਣਦੀਆਂ ਨਹੀਂ, ਕਿਸੇ ਦੇ ਖਤਮ ਕੀਤਿਆਂ ਖਤਮ ਨਹੀਂ ਹੁੰਦੀਆਂ। ਇਹ ਸਿਰਫ ਇਹ ਜਿਹੜੇ ਨੇ ਹੋਛੀ ਜੀ ਮਤ ਵਾਲੇ ਲੋਕ, ਤੰਗ ਦ੍ਰਿਸ਼ਟੀ ਵਾਲੇ ਲੋਕ, ਜਿਹਨੂੰ ਆਪਾਂ ਨੀਚ ਬਿਰਤੀ ਵਾਲੇ ਕਹਿ ਸਕਦੇ ਹਾਂ, ਇਹ ਉਹਨਾਂ ਦੀ ਸੋਚ ਹੈ ਕਿ ਕਿਸੇ ਕੌਮ ਨੂੰ ਖਤਮ ਕਰ ਦਿਓ, ਕਿਸੇ ਬੋਲੀ ਨੂੰ ਖਤਮ ਕਰ ਦਿਓ। ਔਰ ਉਹਨਾਂ ਲੋਕਾਂ ਨੂੰ ਆਪ ਹੀ ਖਤਮ ਹੋਣਾ ਪੈਂਦਾ ਸਮੇਂ ਦੇ ਨਾਲ। ਔਰੰਗਜ਼ੇਬ ਕਦੀ ਕਹਿੰਦਾ ਸੀ ਭਾਰਤ ਦੀ ਧਰਤੀ ਤੇ ਇਕੱਲਾ ਇਸਲਾਮ ਰਹਿਣਾ ਚਾਹੀਦਾ ਹੈ। ਔਰੰਗਜ਼ੇਬ ਦੀ ਇਹ ਸੋਚ ਸੀ। ਔਰੰਗਜ਼ੇਬ ਦੀ ਮੜੀ ਤੇ ਦੀਵਾ ਬਲਣ ਵਾਲਾ ਕੋਈ ਨਹੀਂ ਹੈ। ਜਿਹੜੇ ਔਰੰਗਜ਼ੇਬ ਤੋਂ ਪਹਿਲਾਂ ਜਾਂ ਜਿਹੜੇ ਔਰੰਗਜ਼ੇਬ ਤੋਂ ਬਾਅਦ ਅੱਜ ਇਹ ਸੋਚਦੇ ਨੇ ਕਿ ਭਾਰਤ ਦੀ ਧਰਤੀ ਤੇ ਇੱਕੋ ਹੀ ਮਤ ਹੋਣਾ ਚਾਹੀਦਾ ਹੈ, ਸੋਚ ਚੱਲਦੀ ਹੈ ਨਾ। ਹੋਣਾ ਉਹਨਾਂ ਦਾ ਵੀ ਹਸਰ ਇਹੀ ਔਰੰਗਜ਼ੇਬ ਵਾਲਾ ਹੀ ਹੈ, ਇਹ ਤੋਂ ਵੱਧ ਕੁਝ ਨਹੀਂ ਹੋ ਸਕਦਾ।
ਗੁਰੂ ਨਾਨਕ ਸਾਹਿਬ ਜੀ ਦੇ ਨਾਲ ਚਰਚਾ ਇਹਨਾਂ ਜੋ ਰੱਬੀ ਪਿਆਰਿਆਂ ਦੀ ਹੋਈ ਹੈ, ਆਓ ਆਪਾਂ ਉਹ ਮਿੱਠੀ ਵਾਰਤਾ, ਉਹ ਪਿਆਰ ਭਰੀ ਵਾਰਤਾ ਇਕਾਗਰਚਿਤ ਹੋ ਕੇ ਸਰਵਣ ਕਰੀਏ। ਗੁਰੂ ਪਿਆਰ ਜੁੜੀਏ ਜੀ, ਮੁਖ ਤੋਂ ਉਚਾਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੂਝਣ ਲਾਗਿਓ ਦਿਓ ਬਤਾਈ, ਆਗੇ ਕੈਸੋ ਹਾਲ ਬਿਹਾਈ। ਪੀਰ ਸਤਿਗੁਰੂ ਜੀ ਦੇ ਕੋਲ ਪੈ ਗਿਆ, ਬੈਠ ਗਿਆ। ਉੱਠਦਿਆਂ ਕਹਿਣ ਲੱਗਾ, ਮਹਾਰਾਜ ਜੀ ਤੁਸੀਂ ਕਿਰਪਾ ਕਰਕੇ ਦੱਸੋ ਕਿ ਐਸ ਜ਼ਿੰਦਗੀ ਤੋਂ ਬਾਅਦ ਅੱਗੇ ਦਾ ਹਾਲ ਕੀ ਹੁੰਦਾ ਹੈ। ਗੁਰੂ ਬਨੇ ਦਰਗਾਹ ਮੈਂ ਸਾਚੇ ਪਾਵੇ ਮਾਨ। ਸਤਿਗੁਰੂ ਜੀ ਨੇ ਕਿਹਾ ਸੀ ਦਰਗਾਹ 'ਚ ਮਾਣ ਸੱਚਿਆਂ ਨੂੰ ਮਿਲਦਾ ਹੈ। ਬਾਬਾ ਫਰੀਦ ਸਾਹਿਬ ਜੀ ਨੇ ਵੀ ਆਪਣੀ ਪਵਿੱਤਰ ਰਚਨਾ ਬਚਨ ਕਿਹਾ ਹੈ, ਕਮਾਦੇ ਅਰਕਾਗ ਦੇ ਕੁੰਨੇ ਕੋਏ ਲਿਆ, ਮੰਦੇ ਅਮਲ ਕਰੇਂਦਿਆਂ ਇਹ ਸਜਾ ਤੇ ਨਾ, ਅਮਲ ਜੇ ਕੀਤੇ ਦੁਨੀਆ ਵਿੱਚ ਦਰਗਹਿ ਆਏ ਕੰਮ। ਇਹ ਬਾਬਾ ਫਰੀਦ ਸਾਹਿਬ ਜੀ ਦੇ ਵਿੱਚ ਨੇ, ਫਰੀਦਾ ਅਮਲ ਜੇ ਕੀਤੇ ਦੁਨੀਆ ਵਿੱਚ ਦਰਗਹਿ ਆਏ ਕੰਮ। ਜੋ ਆਪਾਂ ਅਮਲ ਕਰਦੇ ਹਾਂ, ਜੋ ਆਪਾਂ ਕਰਮ ਕਰਦੇ ਹਾਂ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕਰਮੀ ਕਰਮੀ ਹੋਏ ਵਿਚਾਰ, ਕਰਮਾਂ ਉੱਪਰ ਹੀ ਨਿਬੜੇ। ਗੁਰਬਾਣੀ ਇਹ ਗੱਲ ਕਹਿੰਦੀ ਕਿ ਗੱਲ ਤਾਂ ਮਨੁੱਖ ਦੇ ਕਰਮਾਂ ਤੇ ਹੋਣੀ ਹੈ, ਬਾਹਰੋਂ ਲੈਵਲ ਉਹਨੇ ਜਿਹੜਾ ਮਰਜ਼ੀ ਲਾਇਆ ਹੋਇਆ ਕੋਈ ਫਰਕ ਨਹੀਂ ਪੈਂਦਾ। ਮਨੁੱਖ ਦੀ ਕਰਨੀ ਕੀ ਹੈ, ਸੋਚ ਕੀ ਹੈ, ਕਿਰਦਾਰ ਕੀ ਹੈ। ਦਰਗਾਹ 'ਚ ਸਤਿਗੁਰੂ ਜੀ ਕਹਿੰਦੇ ਮਨੁੱਖ ਦੇ ਕੀਤੇ ਹੋਏ ਕਰਮਾਂ ਦੇ ਉੱਪਰ ਨਿਬੇੜਾ ਹੋਣਾ ਹੈ। ਕੂੜੇ ਕੂੜੀ ਵੇਖ ਕੀ ਤਿਨ ਕੋ ਦੇਨੇ ਥਾਨ। ਜਿਹੜੇ ਕੂੜ ਨਾਲ ਜੁੜੇ ਨੇ, ਝੂਠ ਦੇ ਸਿਰ ਤੇ ਚੱਲ ਰਹੇ ਨੇ, ਉੱਥੇ ਖੋਟੇ ਖਰੇ ਪਰਖੀਆਂ, ਖੋਟੇ ਸਟੀਆਂ ਬਾਹਰ ਵਾਰ। ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ, ਥਾਉ ਨ ਪਾਇਨ ਕੂੜਿਆਰ, ਮੂੰਹ ਕਾਲੇ ਦੋਜ਼ਖ ਚਾਲਿਆ। ਜਿਹੜੇ ਇੱਥੇ ਕੂੜੇ ਨੇ ਮਨ ਕਰਕੇ ਕਾਲੇ ਨੇ, ਉਹਨਾਂ ਦਾ ਤੇ ਮੂੰਹ ਇੱਥੇ ਹੀ ਕਾਲਾ ਹੈ, ਅੱਗੇ ਤੇ ਕਾਲਾ ਹੋਣਾ ਹੀ ਹੋਣਾ, ਉਹਨਾਂ ਦਾ ਮੂੰਹ ਤੇ ਇੱਥੇ ਹੀ ਕਾਲਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਕੂੜੇ ਜਿਹੜੇ ਨੇ ਭਾਵੇਂ ਬਾਹਰੋਂ ਚਿੱਟੇ ਕੱਪੜੇ ਪਾਈ ਰੱਖਣ, ਭਾਵੇਂ ਧਰਮ ਦਾ ਲੈਵਲ ਲਾਈ ਰੱਖਣ, ਭਾਵੇਂ ਤਰਸਥਾਨਾਂ ਤੇ ਬੈਠੇ ਰਹਿਣ, ਉਹ ਕੂੜਿਆਂ ਨੂੰ ਉੱਥੇ ਥਾਂ ਨਹੀਂ ਹੈ। ਜਨਮਤ ਮਰਦ ਭਵੈ 84, ਸਦਾ ਰਹਿਤ ਦਿਨ ਗੁਰ ਜਮ ਫਾਸੀ। ਜੰਮਦੇ ਮਰਦੇ ਰਹਿੰਦੇ ਨੇ, ਉਹਨਾਂ ਦੇ ਗਲਾਂ 'ਚ ਤੇ ਜਮਾਂ ਦੀ ਫਾਹੀ ਪਈ ਹੋਈ ਹੈ। ਸਨਮੁਖ ਬੈਠੇ ਸ਼੍ਰੀ ਗੁਣ ਖਾਨੀ, ਪੀਰ ਦੇ ਕੀ ਸਾਬਿਤ ਜਾਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਹਮਣੇ ਬੈਠੇ ਨੇ ਔਰ ਪੀਰ ਦੇ ਗੱਲ, ਸਤਿਗੁਰੂ ਜੀ ਨੇ ਪੀਰ ਦੇ ਮਨ ਦੀ ਸਾਰੀ ਗੱਲ ਜਾਣ ਲਈ ਹੈ। ਕਾਬੇ ਦਿਸ਼ਾ ਹੁਦੋ ਦੇ ਬਦਨਾ, ਪ੍ਰਾਚੀ ਦਿਸ ਮੁਖ ਸ਼੍ਰੀ ਸੁਖ ਸਦਨਾ। ਇਸ ਵੇਲੇ ਇਹ ਮੀਟਿੰਗ ਚੱਲ ਰਹੀ ਹੈ, ਵਿਚਾਰ ਚਰਚਾ ਚੱਲ ਰਹੀ ਹੈ, ਤੇ ਜਿਹੜਾ ਪੀਰ ਸ਼ੇਖ ਬ੍ਰਹਮ ਸਤਿਗੁਰੂ ਜੀ ਦੇ ਨਾਲ ਵਿਚਾਰ ਚਰਚਾ ਕਰਨ ਲਈ ਆਇਆ ਹੈ, ਉਹਨੇ ਬੈਠਦਿਆਂ ਆਪਣਾ ਮੂੰਹ ਪੱਛਮ ਵਾਲੇ ਬੰਨੇ ਰੱਖਿਆ। ਪੱਛਮ ਵਾਲੇ ਮੱਕਾ ਕਾਬਾ ਹੈ ਔਰ ਮੁਸਲਮਾਨ ਵੀਰਾਂ ਦਾ ਇਹ ਵਿਸ਼ਵਾਸ ਹੈ, ਉਧਰ ਨੂੰ ਹੀ ਮੂੰਹ ਕਰਕੇ ਉਹ ਆਪਣਾ ਸਿਜਦਾ ਕਰਦੇ ਨੇ। ਗੁਰੂ ਸਾਹਿਬ ਜੀ ਦਾ ਮੁਖ ਜਿਹੜਾ ਸੀ ਉਹ ਉਲਟ ਦਿਸ਼ਾ ਵੱਲ ਸੀ, ਪੱਛਮ ਵੱਲ ਨਹੀਂ ਸੀ, ਪੂਰਬ ਵੱਲ ਸੀ। ਇਹ ਕੋਈ ਪੀਰ ਦਾ ਹੋ ਸਕਦਾ ਇਰਾਦਾ ਕਿ ਸਾਡਾ ਰੱਬ ਉੱਥੇ ਉਧਰ ਨੂੰ ਮੂੰਹ ਕਰਨਾ, ਲੇਕਿਨ ਗੁਰੂ ਨਾਨਕ ਸਾਹਿਬ ਜੀ ਦੇ ਕਹਿੰਦੇ ਸਾਰੇ ਥਾਵਾਂ ਤੇ ਪ੍ਰਮਾਤਮਾ ਰਮਿਆ ਹੋਇਆ। ਗੁਰਬਾਣੀ ਇਹ ਗੱਲ ਕਹਿੰਦੀ ਦੱਖਣ ਦੇਸ ਹਰੀ ਕਾ ਬਾਸਾ, ਪੱਛਮ ਅਲੋ ਮਕਾਮਾ। ਜੇ ਤੁਸੀਂ ਕਹਿੰਦੇ ਦੱਖਣ 'ਚ ਰੱਬ ਹੈ, ਪੱਛਮ 'ਤੇ ਅਵਰ ਮੁਲਕ ਕਿਸ ਕੇਰਾ, ਬਾਕੀ ਦੁਨੀਆ 'ਚ ਕੌਣ ਰਹਿੰਦਾ ਜੀ। ਔਰ ਬਾਬਾ ਜੀ ਨੇ ਇਹੀ ਭਰਮ ਮੱਕੇ ਜਾ ਕੇ ਕੱਢਿਆ ਸੀ ਕਿ ਜਿੱਧਰ ਰੱਬ ਦਾ ਘਰ ਨਹੀਂ ਉਧਰ ਫਿਰ ਕਰ ਦਿਓ ਭਈ, ਰੱਬ ਦਾ ਘਰ ਤੇ ਸਾਰੇ ਥਾਵਾਂ ਤੇ ਹੈ। ਹੁਣ ਚਰਚਾ ਹੋ ਰਹੀ ਹੈ, ਪੀਰ ਦਾ ਮੂੰਹ ਪੱਛਮ ਵੱਲ ਹੈ, ਸਤਿਗੁਰੂ ਜੀ ਦੂਸਰੇ ਬੰਨੇ ਬੈਠੇ ਹੋਏ ਹਨ। ਸ਼ੁਭ ਉਪਦੇਸ਼ ਦੇਨ ਤੇ ਥਾਤਾਈ, ਬਚਨ ਬਖਾਨੇ ਪੁਰ ਜਗ ਸਾਈ। ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਸ ਪੀਰ ਨੂੰ ਉਪਦੇਸ਼ ਦੇਣ ਲਈ ਇਸ ਤਰ੍ਹਾਂ ਬਚਨ ਕਹੇ ਹਨ। ਜਾਣਿਓ ਕਾਬੇ ਵਿੱਚ ਖੁਦਾਏ, ਤੁਮ ਜਾਣਤ ਹੋ ਔਰ ਨਾ ਜਾਏ। ਸਤਿਗੁਰੂ ਜੀ ਕਹਿੰਦੇ ਪੀਰ ਜੀ ਤੁਸੀਂ ਤਾਂ ਇਹ ਜਾਣਦੇ ਹੋ ਸ਼ਾਇਦ ਜਿੱਦਾਂ ਮੂੰਹ ਕਰਕੇ ਪੱਛਮ ਨੂੰ ਬੈਠੇ ਹੋ ਕਿ ਕਾਬੇ 'ਚ ਹੀ ਪਰਮਾਤਮਾ ਰਹਿੰਦਾ ਹੈ, ਰੱਬ ਰਹਿੰਦਾ ਹੈ, ਖੁਦਾਵੰਦ ਕਰੀਮ ਰਹਿੰਦਾ ਹੈ, ਤੇ ਹੋਰ ਕਿਤੇ ਨਹੀਂ ਰਹਿੰਦਾ। ਤੁਹਾਡੀ ਸੋਚ ਇਦਾਂ ਦੀ ਲੱਗਦੀ ਹੈ। ਇਸ ਪ੍ਰਕਾਰ ਤੁਮ ਖੋਜਤ ਤਾਹੀ, ਜਿਉ ਕੋ ਵਸਤ ਹੋਏ ਜਲ ਮਾਹੀ। ਔਰ ਇਸ ਤਰ੍ਹਾਂ ਤੁਸੀਂ ਖੋਜਦੇ ਹੋ ਜਿਵੇਂ ਕੋਈ ਚੀਜ਼ ਪਾਣੀ ਵਿੱਚ ਹੋਵੇ। ਇਉ ਨਹਿ ਪਾਏ ਸਕੋਗੇ ਕਬਹੀ, ਕੋਟ ਜਨਮ ਧਰ ਖੋਜੋ ਜਬਹੀ। ਜੀ ਇਦਾਂ ਕਦੀ ਨਹੀਂ ਰੱਬ ਨੂੰ ਮਾਣ ਸਕੋਗੇ। ਦੇਖੋ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਕਿੱਥੇ ਮਿਲਦੀ ਹੈ। ਕਦੀ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਸੀ, ਫਰੀਦਾ ਜੰਗਲ ਜੰਗਲ ਕਿਆ ਪਵੇ, ਮਨ ਕੰਡਾ ਮੋੜੇ, ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਉਹ ਰੱਬ ਤਾਂ ਹਿਰਦਿਆਂ 'ਚ ਵਸਦਾ ਹੈ। ਇਹ ਬਾਬਾ ਫਰੀਦ ਸਾਹਿਬ ਦੇ ਬਚਨ ਨੇ, ਰੱਬ ਤਾਂ ਹਿਰਦਿਆਂ 'ਚ ਵਸਦਾ ਹੈ, ਜੰਗਲਾਂ 'ਚ ਕਿਹਨੂੰ ਲੱਭਦਾ, ਇਧਰ ਉਧਰ ਕਿਹਨੂੰ ਲੱਭਦਾ ਇਹਨੂੰ। ਹੁਣ ਸ਼ੇਖ ਬ੍ਰਹਮ ਉਹਦੀ ਗੱਦੀ ਤੇ ਬੈਠਾ,
ਉਹਦੀ ਗੱਦੀ ਤੇ ਬੈਠੇ ਵਾਲੇ ਨੂੰ ਬਾਬਾ ਫਰੀਦ ਸਾਹਿਬ ਜੀ ਦੇ ਬਚਨ ਹੀ ਚੇਤੇ ਨਹੀਂ ਹੈ ਕਿ ਰੱਬ ਤਾਂ ਹਿਰਦਿਆਂ 'ਚ ਵਸਦਾ ਹੈ, ਰੱਬ ਇੱਕ ਥਾਂ ਤੇ ਨਹੀਂ ਵਸਦਾ। ਬਾਬਾ ਫਰੀਦ ਸਾਹਿਬ ਜੀ ਦੀ ਬਹੁਤ ਵਿਸ਼ਾਲ ਸੋਚ ਹੈ, ਬੜਾ ਵੱਡਾ ਜਿਗਰ ਹੈ ਬਾਬਾ ਫਰੀਦ ਸਾਹਿਬ ਜੀ ਦਾ। ਉਹ ਹਰ ਹਿਰਦੇ 'ਚੋਂ ਰੱਬ ਨੂੰ ਦੇਖਣ ਦੀ ਗੱਲ ਕਹਿੰਦੇ ਕਿ ਬਾਹਰ ਐਵੇਂ ਕੰਡੇ ਕੀ ਮਿੱਧਰੇ ਹੋ ਤੁਸੀਂ ਜਾ ਕੇ। ਸਤਿਗੁਰੂ ਜੀ ਕਹਿਣਗੇ ਪੀਰ ਜੀ ਜੇ ਤੁਸੀਂ ਪੱਛਮ ਵਿੱਚ ਹੀ ਯਕੀਨ ਰੱਖਿਆ ਤੇ ਰੱਬ ਤੇ ਕਦੀ ਤੁਹਾਨੂੰ ਮਿਲਣਾ ਨਹੀਂ। ਰੱਬ ਜਿਹੜਾ ਇਸ ਤਰੀਕੇ ਨਾਲ ਨਹੀਂ ਮਿਲੇਗਾ। ਪੀਰ ਕਹੈ ਸੁਨ ਨਾਨਕ ਤਪਾ ਤੁਰ ਕਦੀਨ ਕੋ ਕਾਬਾ ਥਪਾ। ਪੀਰ ਨੇ ਸਤਿਗੁਰੂ ਜੀ ਨੂੰ ਬਚਨ ਕਿਹਾ ਨਾਨਕ ਜੀ ਇਸਲਾਮ ਦਾ ਜੋ ਕਾਬਾ ਹੈ ਉੱਥੇ ਅਸੀਂ ਯਕੀਨ ਰੱਖਦੇ ਹਾਂ। ਤਾਂ ਹੀ ਮੈਂ ਸ਼ਰਦਾ ਧਰ ਪੂਰੀ ਮੈਂ ਖੁਦਾਏ ਕੋ ਪਾਉ ਹਦੂਰੀ। ਮੇਰੀ ਸ਼ਰਧਾ ਹੈ ਉੱਥੇ ਤੇ ਮੈਂ ਉੱਥੋਂ ਹੀ ਰੱਬ ਨੂੰ ਪ੍ਰਾਪਤ ਕਰਾਂਗਾ। ਗੁਰੂ ਬਨੇ ਜੇ ਅਸਮਨ ਜਾਨੋ ਸੋ ਖੁਦਾਏ ਦੇ ਭੁਲਵਨ ਮਾਨੋ। ਸਤਿਗੁਰੂ ਜੀ ਕਹਿਣ ਲੱਗੇ ਜੇ ਤੂੰ ਏਦਾਂ ਸੋਚ ਰਿਹਾ ਸੋ ਖੁਦਾਏ ਤਾਂ ਭੁਲਵਨ ਮਾਨੋ, ਤੂੰ ਦਰਅਸਲ ਭੁਲੇਖੇ ਚਾਂ ਕਿ ਪ੍ਰਮਾਤਮਾ ਇੱਕ ਥਾਂ ਤੇ ਹੈ। ਕਰਕੇ ਬੀਚ ਨ ਆਵੇ ਐਸੇ ਹੋਏ ਬੇਅਰਥ ਮਥਨ ਜਲ ਜੈਸੇ। ਪੀਰ ਜੀ ਜਿਵੇਂ ਕੋਈ ਪਾਣੀ ਰੜਕੀ ਜਾਏ ਨਾ ਤੇ ਪਾਣੀ ਰੜਕਿਆਂ ਚ ਕੋਈ ਮੱਖਣ ਨਹੀਂ ਨਿਕਲਦਾ, ਕੁਝ ਵੀ ਪੱਲੇ ਨਹੀਂ ਪੈਂਦਾ। ਇਦਾਂ ਦੀ ਸੋਚ ਬਣਾਇਆ ਕਦੀ ਵੀ ਤੁਸੀਂ ਰੱਬੀ ਰਹਿਮਤ ਦੇ ਪਾਤਰ ਨਹੀਂ ਬਣ ਸਕੋਗੇ, ਤੂੰ ਪਰਮਾਤਮਾ ਨਾਲ ਸਾਂਝ ਨਹੀਂ ਬਣ ਸਕੇਗੀ। ਕਹਿ ਪੀਰ ਸੁਨ ਨਾਨਕ ਤੈਂਡਾ ਬੈਦ ਸੁਨਿਓ ਹਰਖਿਓ ਮਨ ਮੈਂਡਾ। ਸਤਿਗੁਰੂ ਜੀ ਨੂੰ ਕਹਿਣ ਲੱਗਾ ਨਾਨਕ ਜੀ ਮੈਂ ਤੈਂਡਾ ਬੈਂਤ ਸੁਣਿਆ ਤੁਹਾਡਾ, ਇਹ ਬੋਲੀ ਹੈ ਉਧਰ ਦੀ ਲਹਿੰਦੀ ਬੋਲੀ ਹੈ, ਤੁਹਾਡਾ ਇਹ ਬਚਨ ਮੈਂ ਸੁਣਿਆ ਤੇ ਹਰਖਿਓ ਹਿਤ ਸੁਣਿਓ ਬੈਂਤ ਸੁਣਿਓ ਹਰਖਿਓ ਮਨ ਮੈਂਡਾ, ਮੇਰਾ ਮਨ ਬੜਾ ਪ੍ਰਸੰਨ ਹੋ ਗਿਆ ਇਹ ਸੁਣ ਕੇ। ਔਰ ਵਿਚਾਰ ਮੈਂ ਤਬ ਕਰਿਓ ਜਿਨੇ ਅਸਬੈਦ ਬਣਾਏ। ਬੈਂਤ ਸੁਣਦੇ ਆ ਮੈਂ ਮਨ ਚ ਖਿਆਲ ਬਣਾਇਆ ਕਿ ਜਿਨ੍ਹਾਂ ਨੇ ਇਹੋ ਜਿਹੇ ਸੋਹਣਾ ਸ਼ਲੋਕ ਬੈਂਤ ਉਚਾਰਿਆ ਹੈ। ਦਿਨ ਕੋ ਦਰਸ਼ਨ ਕੀਜੀਏ ਆਇਓ ਤੁਰਦੇ ਥਾਏ। ਦਰਸ਼ਨ ਕਰਨ ਦਾ ਇਰਾਦਾ ਬਣਾਇਆ ਤੇ ਮੈਂ ਤੁਰਤ ਜਲਦੀ ਨਾਲ ਤੁਹਾਡੇ ਦੀਦਾਰ ਕਰਨ ਲਈ ਇੱਥੇ ਆ ਗਿਆ। ਦੋ ਹੱਦਨ ਮੈਂ ਇੱਕ ਬਤਾਇਓ ਤਾਂ ਕੋ ਸੇਵਨ ਹੈ ਫਰਮਾਇਓ। ਪੀਰ ਨੇ ਇੱਕ ਗੱਲ ਕਹੀ ਸੀ ਕਿ ਤੁਸੀਂ ਦੋ ਹੱਦਾਂ ਨੂੰ ਇੱਕ ਕਹਿੰਦੇ ਹੋ, ਕਿਉਂਕਿ ਪੀਰ ਇਸ ਖਿਆਲ ਦਾ ਧਾਰਨੀ ਹੈ ਕਿ ਰਾਮ ਵੱਖਰਾ ਹੈ ਅੱਲਾ ਵੱਖਰਾ ਹੈ। ਇਹ ਦੋ ਹੱਦਾਂ ਬਣਾਈਆਂ ਸਨ। ਸਤਿਗੁਰੂ ਜੀ ਨੇ ਕਿਹਾ ਸੀ ਇੱਕੋ ਹੀ ਪ੍ਰਮਾਤਮਾ ਸਾਰੇ ਥਾਵਾਂ ਤੇ ਰਵੇਂ ਹੈ। ਕਹਿਣ ਲੱਗਾ ਤੁਸੀਂ ਦੋ ਹੱਦਾਂ ਨੂੰ ਇੱਕ ਫਰਮਾਇਆ ਹੈ, ਇਸ ਕਰਕੇ ਮੈਂ ਤੁਹਾਡੇ ਕੋਲ ਇਹ ਜਾਣਨ ਲਈ ਆਇਆ ਹਾਂ ਜੋ ਤੁਸੀਂ ਕਿਹਾ ਹੈ। ਤੁਮ ਤੇ ਨਿਸ਼ਾ ਹਮਾਰੀ ਹੋਵੇ ਸਭ ਸੰਦੇਰ ਦੇ ਦੇਖੋਵੇ। ਤੁਹਾਡੇ ਨਾਲ ਗੱਲਬਾਤ ਕਰਕੇ ਮੇਰੀ ਤਸੱਲੀ ਹੋ ਸਕਦੀ ਹੈ, ਮੇਰੇ ਮਨ ਦੇ ਭਰਮ ਦੂਰ ਹੋ ਸਕਦੇ ਹਨ। ਜਿਉਂ ਜਿਉਂ ਬਚਨ ਸੁਨੋ ਨਿਜ ਕਾਨੇ ਤਿਉਂ ਤਿਉਂ ਸ਼ਾਂਤ ਹੋਦ ਬ੍ਰਹਮਾਨੇ। ਫਿਰ ਸਤਿਗੁਰੂ ਜੀ ਨੂੰ ਕਹਿ ਰਿਹਾ ਕਿ ਜਿਉਂ ਜਿਉਂ ਮੈਂ ਤੁਹਾਡੇ ਬਚਨ ਸੁਣਦਾ ਹਾਂ ਗੱਲਬਾਤ ਕਰਦਾ ਹਾਂ ਤਿਉਂ ਤੋਂ ਮੇਰੇ ਮਨ ਵਿੱਚ ਸ਼ਾਂਤੀ ਆ ਰਹੀ ਹੈ। ਸੇਤ ਦਦ ਬਵ ਬਚਨ ਤੁਮਾਰੇ ਜਿਸ ਤੇ ਦਹਿਤੇ ਮਿਟਤ ਹਮਾਰੇ। ਸੇਤ ਸੇਤੂ ਤੋਂ ਲਫ਼ਜ਼ ਬਣਿਆ, ਸੇਤੂ ਕਹਿੰਦੇ ਨੇ ਪੁਲ ਨੂੰ, ਸੇਤ ਦਾ ਅਰਥ ਪੁਲ ਹੈ, ਉਦੋਂ ਕਹਿੰਦੇ ਨੇ ਸਮੁੰਦਰ ਨੂੰ। ਜਿਵੇਂ ਸਮੁੰਦਰ ਨੂੰ ਪਾਰ ਕਰਨ ਲਈ ਕਿਸੇ ਚੀਜ਼ ਦੀ ਲੋੜ ਹੈ, ਦਰਿਆਵਾਂ ਤੇ ਜਿਵੇਂ ਪੁਲ ਬਣੇ ਹੁੰਦੇ ਨੇ। ਪੀਰ ਕਹਿਣ ਲੱਗਾ ਮਹਾਰਾਜ ਤੁਹਾਡੇ ਜਿਹੜੇ ਬਚਨ ਨੇ ਇਹ ਪੁਲ ਦੀ ਨਿਆਈ ਨੇ, ਭਉ ਸਾਗਰ ਤੋਂ ਪਾਰ ਉਤਰਨ ਦੇ ਲਈ ਤੁਹਾਡੇ ਬਚਨ ਪੁਲ ਦੀ ਨਿਆਈ ਨੇ, ਇਹਨਾਂ ਰਾਹੀਂ ਅਸੀਂ ਭਉ ਸਾਗਰ ਤੋਂ ਪਾਰ ਉਤਰ ਸਕਦੇ ਹਾਂ। ਬਾਨ ਸਮਾਨ ਗਿਆਨ ਨਿਸ਼ਾਨਾ ਨੀਕੇ ਹਨੇ ਕਰਦ ਸਭਾਨਾ। ਤੁਹਾਡੇ ਜਿਹੜੇ ਬਚਨ ਨੇ ਇਹ ਤੀਰਾਂ ਵਰਗੇ ਨੇ, ਤੀਰਾਂ ਵਰਗੇ ਜਿੱਥੇ ਲੱਗਦੇ ਨੇ ਵਿੰਨ ਦਿੰਦੇ ਨੇ ਇਨਸਾਨ ਨੂੰ। ਬੂਝੋ ਇੱਕ ਸਵਾਲ ਸੋ ਕਹੀਏ ਮੇਰੋ ਭਰਮ ਸਰਬ ਅਬ ਦਈਏ। ਇਸ ਕਰਕੇ ਮੈਂ ਤੁਹਾਨੂੰ ਇੱਕ ਸਵਾਲ ਕਹਿ ਰਿਹਾ ਤੁਸੀਂ ਸਮਝੋ ਤੇ ਮੇਰੇ ਮਨ ਦਾ ਭਰਮ ਸਾਰਾ ਦੂਰ ਕਰ ਦਿਓ ਉਹ ਸਵਾਲ ਸਮਝ ਕੇ। ਫਰੀਦਾ ਬਾੜ ਪਟੋਲਾ ਧੱਜ ਕਰੀ ਕੰਬਲੜੀ ਪਹਿਰਿਓ ਜਿਨੀ ਵੇਸੀ ਸੋ ਮਿਲੇ ਸਈ ਵੇਸ ਕਰਿਓ। ਬਾਬਾ ਫਰੀਦ ਸਾਹਿਬ ਜੀ ਦਾ ਇਹ ਪਵਿੱਤਰ ਸ਼ਲੋਕ ਉਹਨਾਂ ਦੇ ਸ਼ਲੋਕਾਂ 'ਚ 10ਵੇਂ ਨੰਬਰ ਤੇ ਅੰਕਿਤ ਹੈ। ਇਹ ਸ਼ਲੋਕ ਜਿਹੜਾ ਗਾਇਨ ਕੀਤਾ ਸੇਖ ਬ੍ਰਹਮ ਜੀ ਨੇ ਸਤਿਗੁਰੂ ਜੀ ਨੂੰ ਸੁਣਾਇਆ ਹੈ। ਬਾਬਾ ਫਰੀਦ ਸਾਹਿਬ ਜੀ ਰੱਬੀ ਪਿਆਰ ਜੁੜੇ ਵੇਗ 'ਚ ਗੱਲ ਕਹਿੰਦੇ ਨੇ ਪਾੜ ਪਟੋਲਾ ਧੱਜ ਕਰੀ ਕੰਬਲੜੀ ਪਹਿਰਿਓ। ਆਪਣੇ ਗਲ ਦੇ ਕੀਮਤੀ ਕੱਪੜੇ, ਪਟੋਲਾ ਦਾ ਅਰਥ ਹੁੰਦਾ ਹੈ ਕੀਮਤੀ ਕੱਪੜੇ, ਪਾੜ ਕੇ ਮੈਂ ਲੀਰਾਂ ਬਣਾ ਲਵਾਂ ਤੇ ਗਲ 'ਚ ਐਵੇਂ ਪਾਟੀ ਜੀ ਕਮਲੀ ਪਾ ਲਵਾਂ। ਜਿਨੀ ਵੇਸੀ ਸੌ ਮਿਲੇ ਸਹੀ ਵੇਸ ਕਰਿਓ। ਜਿਸ ਵੀ ਲਿਬਾਸ ਦੇ ਰਾਹੀਂ ਰੱਬ ਮਿਲੇ ਮੈਂ ਉਹ ਲਿਬਾਸ ਪਾ ਲਵਾਂ। ਭਾਵਨਾ ਬਾਬਾ ਫਰੀਦ ਸਾਹਿਬ ਜੀ ਦੀ ਬੜੀ ਪਵਿੱਤਰ ਹੈ ਕਿ ਰੱਬ ਨੂੰ ਮਿਲਣ ਲਈ ਮੈਂ ਕੁਝ ਵੀ ਕਰ ਸਕਦਾ, ਪਰ ਦੁਨੀਆ ਅੱਜ ਜਿਹੜੀ ਹੈ ਉਹ ਭਾਵਨਾ ਤੱਕ ਨਹੀਂ ਜਾਂਦੀ।
ਦੁਨੀਆ ਬਾਹਰਲਾ ਰੂਪ ਦੇਖਦੀ ਹੈ। ਤੁਸੀਂ ਦੇਖਦੇ ਆ ਕੋਈ ਮਹਾਂਪੁਰਖ ਰੱਬ ਦਾ ਪਿਆਰਾ ਬੰਦਗੀ ਕੀਤੀ, ਉੱਚਾ ਉੱਠ ਗਿਆ, ਕੱਪੜੇ ਤੇ ਕੋਈ ਨਾ ਕੋਈ ਪਾਉਣੇ ਨੇ ਉਹਨਾਂ ਨੇ, ਹੈ ਨਾ। ਉਹ ਮਹਾਂਪੁਰਖ ਇਸ ਧਰਤੀ ਤੇ ਆਪਣੀ ਡਿਊਟੀ ਨਿਭਾ ਕੇ ਚਲੇ ਜਾਂਦੇ ਨੇ ਸਮੇਂ ਦੇ ਨਾਲ। ਉਦੋਂ ਬਾਅਦ ਕੀ ਹੁੰਦਾ, ਉਹੋ ਜਿਹੇ ਕਈ ਕੱਪੜੇ ਪਾ ਲੈਂਦੇ ਨੇ ਕਿ ਸ਼ਾਇਦ ਕੱਪੜੇ ਪਾਇਆ ਹੀ ਉਹੋ ਜਿਹੇ ਬਣ ਜਾਵਾਂਗੇ। ਇਹ ਹੈ ਬਾਹਰ ਨੂੰ ਦੇਖਣਾ। ਬਾਬਾ ਫਰੀਦ ਸਾਹਿਬ ਜੀ ਦਾ ਅੰਦਰੋਂ ਇਹ ਸੋਚ ਹੈ ਕਿ ਜਿਸ ਵੀ ਤਰੀਕੇ ਨਾਲ ਪ੍ਰਮਾਤਮਾ ਮਿਲੇ ਮੈਂ ਉਹ ਕਰਨ ਲਈ ਤਿਆਰ ਹਾਂ, ਪਰ ਕਿਉਂਕਿ ਦੁਨੀਆ ਅੰਤਰੀ ਭਾਵ ਤੱਕ ਨਹੀਂ ਨਾ ਜਾਂਦੀ। ਉਹ ਲੀਰਾਂ ਹੀ ਗਲ ਚ ਪਾ ਕੇ ਘੁੰਮਦੇ ਫਿਰਦੇ ਨੇ ਕਿ ਨੰਗੇ ਪੈਰੀ ਤੋਂ ਫਿਰ ਰੱਬ ਏਦਾਂ ਮਿਲ ਜਾਏਗਾ, ਕਿ ਭੁੱਖੇ ਬੈਠੇ ਨੇ ਰੱਬ ਏਦਾਂ ਮਿਲ ਜਾਏਗਾ। ਇਸ ਕਰਕੇ ਸਤਿਗੁਰੂ ਜੀ ਇਸ ਦਾ ਉੱਤਰ ਦੇ ਰਹੇ ਹਨ। ਇੱਕ ਖੁਦਾਏ ਜੋ ਤੁਮ ਕਹਿਓ ਕੈਸੇ ਪਾਵੋ ਸੋਏ। ਤੁਸੀਂ ਇੱਕ ਖੁਦਾ ਕਿਹਾ ਹੈ, ਉਹਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ? ਬਾਟ ਉਤਾਰ ਬਣ ਜਾਏ ਹੋ ਮੋ ਗੁੱਡਮ ਕੋ ਖੋਏ। ਦੇਖੋ ਬਚਨ ਨੇ ਸਾਡੇ ਪੀਰ ਬਾਬਾ ਫਰੀਦ ਸਾਹਿਬ ਜੀ ਦੇ ਕਿ ਮੈਂ ਆਪਣੇ ਕੱਪੜੇ ਉਤਾਰ ਕੇ ਲੀਰਾਂ ਬਣਾ ਕੇ ਜੰਗਲਾਂ 'ਚ ਜਾ ਕੇ ਉਹਨੂੰ ਲੱਭ ਸਕਦਾ ਹਾਂ। ਖਿੰਥਾ ਕਮਰੀ ਕੋ ਕੀ ਗਰ ਪਾਵੋ ਸੁਧ ਬਨਤਾ ਕੋ ਮੁਖ ਨਾ ਦਿਖਾਵੋ। ਗਲ ਵਿੱਚ ਪਾਟੀ ਜੀ ਕੰਬਲੀ ਪਾ ਲਵਾਂ, ਗੋਦਲੀ ਜੀ ਪਾ ਲਵਾਂ ਤੇ ਆਪਣੇ ਪਰਿਵਾਰ ਤੋਂ ਵੱਖਰਾ ਹੀ ਹੋ ਜਾਵਾਂ, ਇਹਨਾਂ ਨੂੰ ਮੂੰਹ ਨਾ ਦਿਖਾਵਾਂ। ਜਿਸ ਵਿਦ ਪਿਆਰੇ ਹੋ ਕੋ ਹੋਏ ਮੇਲਾ ਸੋਈ ਕਹੋ ਅਨੰਤ ਕੋ ਪਹਿਲਾ। ਜਿਸ ਵੀ ਤਰੀਕੇ ਨਾਲ ਉਸ ਪਿਆਰੇ ਪ੍ਰਮਾਤਮਾ ਨਾਲ ਮੇਲ ਹੋ ਸਕੇ ਉਹੀ ਕੁਝ ਕਰਨ ਦੇ ਲਈ ਮੈਂ ਤਿਆਰ ਹਾਂ। ਕਿਸ ਬਿਦ ਕਰੋ ਸੇਵ ਮਹਿਤਾ ਕੀ ਜਿਸ ਤੇ ਛੁਟੇ ਜਮ ਕੀ ਬਾਕੀ। ਕਿਸ ਤਰੀਕੇ ਨਾਲ ਉਹਦੀ ਸੇਵਾ ਕਰਾਂ ਤਾਂ ਕਿ ਮੈਂ ਜਮਾਂ ਦੀ ਮਾਰ ਤੋਂ ਬਚ ਸਕਾਂ। ਬਚਨ ਪੀਰ ਕੇ ਸੁਨ ਸੁਖ ਸਦਨੰ ਕਹਿਓ ਸਲੋਕ ਆਪ ਸ਼੍ਰੀ ਬਦਨੰ। ਸਦਨ ਕਹਿੰਦੇ ਨੇ ਘਰ ਨੂੰ, ਬਦਨ ਕਹਿੰਦੇ ਨੇ ਮੁਖ ਨੂੰ। ਸੁਖ ਸਦਨ ਸੁੱਖਾਂ ਦੇ ਘਰ। ਗੁਰੂ ਨਾਨਕ ਸਾਹਿਬ ਜੀ ਨੇ ਉਸ ਪੀਰ ਦੇ ਇਹ ਬਚਨ ਸੁਣੇ ਤੇ ਆਪਣੇ ਮੁਖਾਰ ਬਿੰਦ ਤੋਂ ਉਸ ਪੀਰ ਨੂੰ ਇਸ ਤਰ੍ਹਾਂ ਸਤਿਗੁਰੂ ਜੀ ਨੇ ਉੱਤਰ ਦਿੱਤਾ ਹੈ। ਸ਼ਲੋਕ ਮਹਲਾ ਪਹਿਲਾ। ਘਰ ਹੀ ਮੁੰਦ ਵਿਦੇਸ਼ ਬਿਰ ਨਿਤ ਝੂਰੇ ਸੰਮਾਲੇ। ਮਿਲਦਿਆਂ ਢਿੱਲ ਨਾ ਹੋਵਈ ਜੇ ਨੀਅਤ ਰਾਸ ਕਰੇ। ਜਦੋਂ ਤੁਸੀਂ ਗੁਰਬਾਣੀ ਪੜੋਗੇ, ਗੁਰਬਾਣੀ ਦੀ ਇੱਕ ਵਿਲੱਖਣਤਾ ਹੈ, ਮਹਾਨਤਾ ਹੈ ਸਤਿਗੁਰੂ ਜੀ ਨੇ ਜੋ ਰੱਖੀ ਹੈ। ਦੂਸਰੇ ਭਗਤਾਂ ਦੀ ਬਾਣੀ ਸਤਿਗੁਰੂ ਜੀ ਨੇ ਲਿਆਂਦੀ, ਰੱਬੀ ਪਿਆਰਿਆਂ ਦੀ, ਉਹਨੂੰ ਛੇੜਛਾੜ ਨਹੀਂ ਕੀਤੀ। ਉਹਦੇ 'ਚ ਜੇ ਦੇਖਿਆ ਕਿ ਕਿਸੇ ਖਿਆਲ ਨੂੰ ਲੈ ਕੇ ਕੋਈ ਮਨੁੱਖ ਭੁਲੇਖੇ 'ਚ ਰਹਿ ਸਕਦਾ ਹੈ, ਸਤਿਗੁਰੂ ਜੀ ਨੇ ਆਪਣੇ ਕੋਲੋਂ ਇੱਕ ਸ਼ਲੋਕ ਉੱਥੇ ਅੰਕਿਤ ਕਰਕੇ ਉੱਥੇ ਲੋਕਾਂ ਨੂੰ ਜੋ ਉਹਦਾ ਭਾਵ ਹੈ ਆਪਣੇ ਲਫ਼ਜ਼ਾਂ ਦੇ ਰਾਹੀਂ ਸਿੱਧੇ ਤੌਰ ਤੇ ਸਮਝਾ ਦਿੱਤਾ। ਸ਼ਲੋਕ ਸੀ ਕਿ ਪਾੜ ਪਟੋਲਾ ਥਜ ਕਰੀ ਕੰਬਲੜੀ ਪਹਿਰਿਓ ਫਰੀਦਾ ਜਿੰਨੀ ਵੇਸੀ ਸੌ ਮਿਲੇ ਸੋਈ ਵੇਸ ਕਰੋ। ਕਿ ਮੈਂ ਗਲ 'ਚ ਲੀਰਾਂ ਪਾ ਲਵਾਂ ਰੱਬ ਏਦਾਂ ਮਿਲ ਜਾਏਗਾ, ਉਹੀ ਕੰਮ ਕਰਨ ਲਈ ਤਿਆਰ ਹਾਂ। ਹੁਣ ਸਤਿਗੁਰੂ ਜੀ ਨੇ ਉਸ ਸ਼ਲੋਕ ਨੂੰ ਲਾਂਭੇ ਨਹੀਂ ਕੀਤਾ ਕਿ ਸਾਨੂੰ ਪ੍ਰਵਾਨ ਨਹੀਂ ਹੈ। ਸਤਿਗੁਰੂ ਜੀ ਨੇ ਉੱਥੇ ਇੱਕ ਆਪਣਾ ਸ਼ਲੋਕ ਨਾਲ ਅੰਕਿਤ ਕਰ ਦਿੱਤਾ। ਬਾਬਾ ਕਬੀਰ ਸਾਹਿਬ ਜੀ ਦੇ ਸ਼ਲੋਕ ਪੜ੍ਹਿਓ, ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕ ਪੜ੍ਹਿਓ, ਉੱਥੇ ਸਤਿਗੁਰੂ ਜੀ ਨੇ ਨਾਲ ਆਪਣੇ ਸ਼ਲੋਕ ਅੰਕਿਤ ਕੀਤੇ ਨੇ। ਸਤਿਗੁਰੂ ਜੀ ਨੇ ਕਿ ਘਰ ਹੀ ਮੁੰਦ ਵਿਦੇਸ ਨਿਤ ਪਿਰ ਝੂਰੇ ਸੰਮਾਲੇ। ਪਿਓ ਪ੍ਰਮਾਤਮਾ ਦੇ ਘਰ 'ਚ ਹੈ ਤੇ ਇਹ ਜੀਵ ਜਿਹੜਾ ਹੈ, ਜੀਵ ਰੂਪੀ ਇਸਤਰੀ ਨਾ, ਉਹਨੂੰ ਨਾ ਵਿਦੇਸ ਸਮਝ ਕੇ ਕਿ ਪ੍ਰਮਾਤਮਾ ਤੇ ਆਕਾਸ਼ 'ਚ ਬੈਠਾ ਹੈ, ਪ੍ਰਮਾਤਮਾ ਪੱਛਮ 'ਚ ਬੈਠਾ ਹੈ, ਪ੍ਰਮਾਤਮਾ ਪੂਰਬ 'ਚ ਬੈਠਾ ਹੈ। ਕਈ ਕਹਿੰਦੇ ਜੀ ਪ੍ਰਮਾਤਮਾ ਪਤਾਲ 'ਚ ਬੈਠਾ ਹੈ, ਕੋਈ ਕਿਤੇ ਕਿਤੇ ਆਪੋ ਆਪਣੀ ਮਰਜ਼ੀ ਅਨੁਸਾਰ ਹੀ ਰੱਬ ਨੂੰ ਮਿੱਥ ਬੈਠੇ ਨੇ ਲੋਕ। ਕੁਝ ਧਾਰਮਿਕ ਲੋਕਾਂ ਨੇ ਮਿੱਥ ਬਣਾ ਦਿੱਤੀਆਂ, ਅਸੀਂ ਮੰਨ ਬੈਠੇ ਕਿ ਰੱਬ ਤੇ ਉੱਪਰ ਹੀ ਬੈਠਾ ਹੋਣਾ। ਕਿੰਨੀ ਹੈਰਾਨੀ ਦੀ ਗੱਲ ਹੈ। ਪ੍ਰਮਾਤਮਾ ਨੇ ਦੁਨੀਆ ਬਣਾਈ ਹੈ, ਇੱਕ ਆਮ ਬੰਦਾ ਵੀ ਕੋਈ ਕੰਮ ਕਰਦਾ, ਘਰ ਬਣਾਉਂਦਾ, ਛੱਡ ਕੇ ਲਾਂਭੇ ਚਲਿਆ ਜਾਂਦਾ। ਲੇਕਿਨ ਇਹ ਲੋਕਾਂ ਦੇ ਮਨਾਂ 'ਚ ਸੋਚ ਭਰ ਗਈ, ਰੱਬ ਤਾਂ ਉੱਪਰ ਬੈਠਾ ਦੇਖਦਾ ਜੀ, ਉੱਪਰ ਵਾਲਾ ਤੈਨੂੰ ਨਜਿੱਠ ਲੈ ਕੇ, ਅੰਦਰ ਵਾਲਾ ਨਹੀਂ ਨਜਿੱਠੇਗਾ ਜਿਹੜਾ ਅੰਦਰ ਬੈਠਾ ਹੈ। ਉਹ ਤੇ ਅੰਦਰ ਬੈਠਾ ਹੈ, ਉਹਦੇ ਕਰਕੇ ਅਸੀਂ ਬੋਲ ਰਹੇ ਹਾਂ, ਚੱਲ ਰਹੇ ਹਾਂ। ਉਹ ਅੰਤਰਜਾਮੀ ਹੈ, ਸਾਡੇ ਅੰਦਰ ਘਟ ਅੰਤਰ ਬੈਠਾ ਹੋਇਆ ਹੈ। ਸਤਿਗੁਰੂ ਜੀ ਕਹਿੰਦੇ ਉਹ ਪ੍ਰਮਾਤਮਾ ਘਰ ਵਿੱਚ ਹੈ, ਪਰ ਅਜੀਬ ਰੂਪੀ ਇਸਤਰੀ ਦੀ ਬਦਕਿਸਮਤੀ ਉਹਨੂੰ ਪ੍ਰਦੇਸ਼ ਵਿੱਚ ਸਮਝ ਕੇ ਨਿਤ ਝੂਰਦੀ ਰਹਿੰਦੀ ਹੈ, ਦੁਖੀ ਰਹਿੰਦੀ ਹੈ। ਮਿਲਦਿਆਂ ਢਿੱਲ ਨਾ ਹੋਵੇ ਜੇ ਨੀਅਤ ਰਾਸ ਕਰੇ। ਸਤਿਗੁਰੂ ਜੀ ਕਹਿੰਦੇ ਜੇ ਕਿਤੇ ਬੰਦੇ ਦੀ ਨੀਅਤ ਠੀਕ ਹੋ ਜਾਏ ਨਾ, ਨੀਅਤ ਠੀਕ, ਤੇ ਰੱਬ ਨੂੰ ਮਿਲਦਿਆਂ ਕਿਹੜੀ ਢਿੱਲ ਹੈ। ਹੁਣ ਨੀਅਤ ਵਿੱਚ ਤੇ ਹੰਕਾਰ ਹੈ, ਨੀਅਤ ਵਿੱਚ ਤੇ ਖੋਟ ਭਰੀ ਪਈ ਹੈ, ਨੀਅਤ ਦੇ ਵਿੱਚ ਵੈਰ ਵਿਰੋਧ ਭਰਿਆ ਹੈ, ਈਰਖਾ ਭਰੀ, ਪਤਾ ਨਹੀਂ ਕਿੰਨਾ ਕੁ ਦੁਨੀਆ ਦਾ ਕੂੜਾ ਕਰਕਟ ਮਨੁੱਖ ਦੀ ਨੀਅਤ ਭਰਿਆ ਪਿਆ ਹੈ। ਤੇ ਬਾਹਰੋਂ ਮੇਰੇ ਵਾਂਗੂ ਚਿੱਟੇ ਕੱਪੜੇ ਪਾ ਕੇ ਕਹਿੰਦਾ ਜੀ ਰੱਬ ਮਿਲ ਜਾਏਗਾ ਮੈਨੂੰ। ਰੱਬ ਦੂਰ ਨਹੀਂ ਹੈ, ਰੱਬ ਕੋ ਵੱਖਰਾ ਨਹੀਂ ਹੈ। ਰੱਬ ਦਾ ਇਹ ਘਰ ਹੈ ਸੰਸਾਰ, ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ। ਪਰਮਾਤਮਾ ਕਰ ਆਸਣ ਡਿਠੋ ਚਾਓ,
ਘਟ ਘਟ ਮੈਂ ਹਰ ਜੂ ਬਸੈ, ਹਰ ਹਿਰਦੇ 'ਚ ਪ੍ਰਮਾਤਮਾ ਬੈਠਾ ਹੈ। ਸਵਾਲ ਹੈ ਕਿ ਸਾਨੂੰ ਕਿਉਂ ਨਹੀਂ ਮਿਲਦਾ, ਸਾਨੂੰ ਕਿਉਂ ਨਹੀਂ ਦਿਸਦਾ? ਮਸਲਾ ਇਹ ਹੈ ਕਿ ਸਾਡੀ ਨੀਅਤ ਹੀ ਨਹੀਂ ਉਹਨੂੰ ਦੇਖਣ ਦੀ। ਸਾਡੀ ਨੀਅਤ ਤਾਂ ਆਪਣੀ ਗੱਲ ਮਨਾਉਣ ਦੀ ਹੈ। ਦੇਖੋ ਨਾ, ਜਿੰਨੇ ਧਰਮ ਸਥਾਨ ਨੇ, ਤੁਸੀਂ ਮੁਲਾਂਕਣ ਕਰੋ ਧਰਮ ਦੀ ਦੁਨੀਆ 'ਚ ਲੱਗੇ ਹੋਏ ਲੋਕਾਂ ਦਾ, ਕੋਈ ਗੁਰੂ ਦੀ ਗੱਲ ਥੋੜੀ ਸੁਣ ਲਈ ਆਪਾਂ ਉਹਨੇ, ਕੋਈ ਭਾਗਾਂ ਵਾਲੇ ਉਹਨਾਂ ਨੂੰ ਨਮਸਕਾਰ ਹੈ, ਪ੍ਰਣਾਮ ਹੈ ਜਿਹੜੇ ਗੁਰੂ ਦੀ ਗੱਲ ਸੁਣ ਲਈ ਆਉਂਦੇ ਨੇ ਜਾਂ ਗੁਰੂ ਦੀ ਗੱਲ ਸਮਝਣ ਲਈ ਆਉਂਦੇ ਨੇ। ਜ਼ਿਆਦਾਤਰ ਅਸੀਂ ਗੁਰੂ ਨੂੰ ਆਪਣੀ ਸੁਣਾਉਣ ਲਈ ਆਉਂਦੇ। ਕਿੱਡੀ ਵੱਡੀ ਆਪਾਂ ਅਰਦਾਸ ਕਰਦੇ, ਸੁਣਾਉਂਦੇ ਆ ਗੁਰੂ ਨੂੰ, ਜਿੱਦਾਂ ਗੁਰੂ ਨੂੰ ਪਤਾ ਹੀ ਨਹੀਂ ਹੈ। ਦੁਕਾਨ ਤੇ ਨਹੀਂ ਲਿਸਟ ਦੇ ਦਿੰਦੇ ਅਸੀਂ ਆਪਣੇ ਸੌਦੇ ਦੀ, ਅਸੀਂ ਗੁਰੂ ਅੱਗੇ ਲਿਸਟ ਰੱਖ ਦਿੰਦੇ। ਕੋਈ ਪ੍ਰੋਗਰਾਮ ਕਰੀਏ ਲਿਸਟ ਰੱਖ ਦਿੰਦੇ, ਇਹ ਸਾਡੀ ਡਿਮਾਂਡ ਹੈ, ਆ ਮੰਗ ਲਓ, ਇੰਨੇ ਪਾਠ ਕਰ ਲਾਂਗੇ, ਨਹੀਂ ਕੀਤਾ ਤੇ ਇਹ ਕਰਾਂਗੇ। ਰੱਬ ਦੇ ਨਾਲ ਸਾਡਾ ਮੱਥਾ ਲੱਗਾ ਹੋਇਆ ਤੇ ਅਸੀਂ ਕਹਿੰਦੇ ਰੱਬ ਨਹੀਂ ਮਿਲਦਾ ਸਾਨੂੰ। ਸਾਡੀ ਨੀਅਤ ਮਿਲਣ ਦੀ ਨਹੀਂ ਹੈ। ਦਰਅਸਲ ਨੀਅਤ, ਸਤਿਗੁਰੂ ਜੀ ਨੇ ਕਿਹਾ ਸੀ, ਸਾਜਣੜਾ ਮੇਰਾ ਸਾਜਣੜਾ ਨਿਕਟ ਖਲੋਏੜਾ ਸਾਜਣੜਾ। ਸਾਜਣੜਾ ਲਫ਼ਜ਼ ਬਹੁਤ ਪਿਆਰਾ ਹੈ, ਬਹੁਤ ਪਿਆਰਾ। ਜਦੋਂ ਰਾੜਾ ਲੱਗ ਜੇ ਨਾ, ਲਫ਼ਜ਼ ਬਹੁਤ ਹੀ ਮਿੱਠਾ ਬਣ ਜਾਂਦਾ ਹੈ। ਆਪਾਂ ਮਾਂ ਕਹਿੰਦੀ ਮੇਰਾ ਬੱਚਾ, ਹੋਰ ਪਿਆਰ ਚ ਕਹਿੰਦੀ ਮੇਰਾ ਬੱਚੜਾ ਆ ਗਿਆ। ਮਾਂ ਕਹੇਗੀ ਆਪਣੇ ਬੱਚੇ ਨੂੰ, ਲਿਆ ਪੁੱਤ ਤੇਰਾ ਮੂੰਹ ਧੋ ਦੇਵਾਂ, ਫਿਰ ਕਹੇਗੀ ਲਿਆ ਮੁਖ ਧੋ ਦਾਂ। ਜਦੋਂ ਬਹੁਤ ਪਿਆਰ ਦੇ ਆਪਣੇ ਪੁੱਤ ਦਾ ਮੁਖੜਾ ਧੋ ਦੇਵਾਂ, ਮੁਖੜਾ ਚੰਦਰਮਾ ਵਰਗਾ ਮੁਖੜਾ। ਇਦਾਂ ਸਾਜਣੜਾ ਲਫ਼ਜ਼ ਬਹੁਤ ਹੀ ਪਿਆਰ ਪਿੰਨਾ ਲਫ਼ਜ਼ ਹੈ। ਉਹ ਸਾਡਾ ਪਿਆਰਾ ਮਿੱਤਰ ਵਾਹਿਗੁਰੂ ਪ੍ਰਮਾਤਮਾ ਸਾਰੇ ਥਾਵਾਂ ਤੇ ਹੈ। ਮਨੁੱਖ ਕਹਿੰਦਾ ਸਾਨੂੰ ਕਿਉਂ ਨਹੀਂ ਦੇਖਦਾ? ਸਤਿਗੁਰੂ ਜੀ ਕਹਿੰਦੇ ਤੈਨੂੰ ਤੇ ਤਾਂ ਦਿਸੇ ਜੇ ਤੇਰੀ ਨੀਅਤ ਦੇਖਣ ਦੀ ਹੋਏ। ਤੂੰ ਤੇ ਮਾਇਆ ਮਦ ਮਾਤਾ ਹੋਛੀ ਬਾਤਾ, ਮਿਲਣਾ ਜਾਈ ਭਰਮ ਤੜਾ। ਤੂੰ ਤੇ ਮਾਇਆ ਦੀ ਮਸਤੀ ਤੇ ਤੁਰਿਆ ਫਿਰਦਾ, ਤੂੰ ਤੇ ਹੋਛੀਆਂ ਗੱਲਾਂ ਕਰਦਾ। ਤੁਸੀਂ ਮਨੁੱਖ ਦੀਆਂ ਗੱਲਾਂ ਦੇਖੋ ਨਾ, ਮਨੁੱਖ ਦੀਆਂ ਗੱਲਾਂ ਨਿਆਣਿਆਂ ਤੋਂ ਵੀ ਨਕਮੀਆਂ ਨੇ। ਇੱਕ ਨਿਆਣੇ ਗਰਾਊਂਡ 'ਚ ਲੜਦੇ ਨੇ ਤੇ ਇੱਕ ਨਿਆਣੇ ਪਾਰਲੀਮੈਂਟ ਜਾ ਕੇ ਲੜਦੇ ਦੇਖੇ ਕਦੀ? ਉਦੋਂ ਵੀ ਨਕਮੀਆਂ ਗੱਲਾਂ ਕਰਦੇ ਨੇ। ਉਹ ਨਿਆਣਿਆਂ ਤੋਂ ਗਏ ਗੁਜ਼ਰੇ ਜਿਨ੍ਹਾਂ ਨੂੰ ਤੁਸੀਂ ਆਗੂ ਬਣਾ ਦਿੱਤਾ, ਉਹ ਸਿਆਣੇ ਕਹਿ ਜਾਣਗੇ। ਉਹਨਾਂ ਦੀ ਲੜਾਈ ਤੇ ਦੇਖੋ ਤੁਸੀਂ, ਨਿੱਕੀਆਂ ਨਿੱਕੀਆਂ ਗੱਲਾਂ ਤੋਂ। ਮਨੁੱਖ ਨਿਆਣਿਆਂ ਤੋਂ ਨੀਵਾਂ ਚਲਿਆ ਗਿਆ, ਹੋਛੀ ਬਾਤਾਂ, ਹੋਛੀਆਂ ਗੱਲਾਂ ਕਰਨ ਲੱਗ ਪਿਆ। ਫਿਰ ਬੰਦਾ ਕਹਿੰਦਾ ਮੈਨੂੰ ਸੁੱਖ ਨਹੀਂ ਮਿਲਦਾ, ਮੈਨੂੰ ਚੈਨ ਨਹੀਂ ਮਿਲਦਾ, ਰੱਬ ਮੇਰੇ ਨਾਲ ਨਾਰਾਜ਼ ਹੋ ਗਿਆ। ਰੱਬ ਤਾਂ ਕਦੀ ਨਾਰਾਜ਼ ਹੁੰਦਾ ਹੀ ਨਹੀਂ ਹੈ। ਨਾਰਾਜ਼ ਹੋਣਾ, ਗੁੱਸੇ ਹੋਣਾ, ਕਿਸੇ ਦਾ ਨੁਕਸਾਨ ਕਰਨਾ, ਇਹ ਰੱਬ ਦਾ ਸੁਭਾਅ ਨਹੀਂ ਹੈ। ਰੱਬ ਤੇ ਮਿਹਰਬਾਨ, ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ। ਉਹ ਤੇ ਸਾਡੇ ਕਰੋੜਾਂ ਅਪਰਾਧਾਂ ਨੂੰ, ਔਗੁਣਾਂ ਨੂੰ ਅੰਡਿਠ ਕਰਕੇ ਸਾਨੂੰ ਫਿਰ ਵੀ ਪਾਲ ਰਿਹਾ ਹੈ, ਸਾਨੂੰ ਧਰਤੀ ਤੇ ਜਿਉਂਦੇ ਰੱਖ ਰਿਹਾ ਹੈ, ਸਾਡੇ ਲਈ ਉਹ ਪ੍ਰਬੰਧ ਕਰ ਰਿਹਾ ਹੈ। ਰੱਬ ਜਿਹੜਾ ਨਾਰਾਜ਼ ਹੋਣ ਵਾਲਾ, ਉਹ ਪੁਜਾਰੀਆਂ ਨੇ ਬਣਾਇਆ, ਮੇਰੇ ਵਰਗਿਆਂ ਨੇ ਬਣਾਇਆ ਕਿ ਰੱਬ ਤੁਹਾਡੇ ਨਾਲ ਨਾਰਾਜ਼ ਹੋ ਜਾਏਗਾ, ਜਲਦੀ ਜਲਦੀ ਇਹ ਦਾਨ ਕਰ ਦਿਓ, ਜੇ ਰੱਬ ਦੀ ਰਹਿਮਤ ਲੈਣੀ। ਅਸੀਂ ਪਾਠ ਕਰਾਂਗੇ, ਰੱਬ ਖੁਸ਼ ਹੋ ਜਾਏਗਾ ਤੁਹਾਡੇ ਤੇ। ਰੱਬ ਦੇ ਨਾਂ ਤੇ ਇੱਕ ਬਹੁਤ ਵੱਡਾ ਬਿਜ਼ਨਸ ਖੜਾ ਹੋਇਆ ਬੈਠਾ। ਰੱਬ ਦੇ ਨਾਂ ਤੇ ਮੇਰੇ ਵਰਗੇ ਮੋਟੇ ਮੋਟੇ ਢਿੱਡਾਂ ਵਾਲੇ ਆਪਣਾ ਸੋਹਣੀਆਂ ਜਾਇਦਾਦਾਂ ਬਣਾਈ ਬੈਠੇ ਨੇ। ਰੱਬ ਨੂੰ ਡਰਾ, ਰੱਬ ਦੇ ਨਾਂ ਤੇ ਡਰਾ ਕੇ। ਰੱਬ ਡਰਾਉਣਾ ਨਹੀਂ ਹੈ, ਰੱਬ ਸਾਡਾ ਮਾਂ ਪਿਓ ਹੈ। ਮਾਂ ਕਦੀ ਡਰਾਉਂਦੀ ਹੈ ਬੱਚੇ ਨੂੰ, ਪਿਓ ਕਦੀ ਡਰਾਉਂਦਾ ਹੈ ਬੱਚੇ ਨੂੰ। ਪਿਓ ਤੇ ਉਹਦੇ ਔਗਣਾਂ ਨੂੰ ਅੰਡਿਠ ਕਰਕੇ ਮਾਂ ਉਹਦੇ ਬੱਚੇ ਨੂੰ ਝਿੜਕ ਝਮ ਕੇ ਫਿਰ ਆਪਣੇ ਗਲੇ ਨਾਲ ਲਗਾ ਲੈਂਦੀ ਹੈ। ਉਹ ਨਕੰਮਾ ਹੀ ਹੋਏ, ਉਹਦੀਆਂ ਗਲਤੀਆਂ ਨੂੰ ਢੱਕਦੀ ਮਾਂ। ਗਲੀ ਮਹੱਲੇ 'ਚ ਗਲਤੀ ਕਰੇ ਮਾਂ, ਫਿਰ ਵੀ ਉਹਨੂੰ ਲੁਕਾਉਂਦੀ ਹੈ ਕਿ ਬੱਚਾ ਮੇਰਾ। ਤੇ ਰੱਬ ਤੇ ਸਾਡੀ ਦੁਨਿਆਵੀ ਮਾਂ ਤੋਂ ਵੀ ਮਹਾਨ ਹੈ। ਦੁਨਿਆਵੀ ਮਾਂ ਹੋ ਸਕਦਾ ਹੈ ਕਈ ਵਾਰੀ ਉਹ ਆਪਣਾ ਮਾਂ ਵਾਲਾ ਫਰਜ਼ ਪੂਰਾ ਨਾ ਕਰ ਸਕੇ, ਕਿਉਂਕਿ ਹੈ ਸਮਾਜ ਦੇ ਵਿੱਚ ਮਾਂ ਕੋ ਬੱਚੇ ਨੂੰ ਜਨਮ ਦੇਣ ਨਾਲ ਨਹੀਂ ਬਣ ਜਾਂਦੀ। ਮਾਫ ਕਰਨਾ, ਬੱਚੇ ਨੂੰ ਜਨਮ ਦੇਣ ਨਾਲ ਹੀ ਮਾਂ ਨਹੀਂ ਬਣਦੀ। ਮਾਂ ਇੱਕ ਜਜ਼ਬਾ ਹੈ, ਮਾਂ ਦੇ ਅੰਦਰ ਇੱਕ ਮਮਤਾ ਹੁੰਦੀ ਹੈ। ਜੇ ਤੇ ਉਹ ਵੀ ਨੇ ਮਾਵਾਂ ਧਰਤੀ ਤੇ ਬੱਚਿਆਂ ਨੂੰ ਜਨਮ ਦਿੰਦੀਆਂ, ਬਾਹਰ ਸੁੱਟ ਆਉਂਦੀਆਂ, ਉਹਨਾਂ ਨੂੰ ਤੁਸੀਂ ਮਾਵਾਂ ਕਹੋਗੇ? ਤੁਸੀਂ ਉਹ ਮਾਵਾਂ ਨਹੀਂ ਹੈ। ਬੱਚੇ ਨੂੰ ਜਨਮ ਦੇਣਾ ਇੱਕ ਕਹਿ ਲਓ ਕੁਦਰਤੀ ਪ੍ਰਕਿਰਿਆ ਹੈ, ਪਰ ਬੱਚੇ ਨੂੰ ਜਨਮ ਦੇਣ ਨਾਲ ਹੀ ਮਾਂ ਨਹੀਂ ਬਣ ਜਾਂਦੀ। ਬੱਚੇ ਨੂੰ ਜਨਮ ਦੇਣ ਨਾਲ ਹੀ ਕੋਈ ਪਿਓ ਨਹੀਂ ਬਣ ਜਾਂਦਾ। ਉਹਦੇ ਲਈ ਕੁਝ ਫਰਜ਼ ਨੇ, ਕੁਝ ਡਿਊਟੀ ਹੈ, ਕੁਝ ਜਜ਼ਬੇ ਨੇ। ਉਹ ਜਿੰਨਾ ਚਿਰ ਨਹੀਂ ਆਉਂਦੇ ਉਹਨਾਂ ਚਿਰ ਕੋਈ ਮੁਕੰਮਲ ਮਾਂ ਨਹੀਂ ਬਣਦੀ, ਉਹਨਾਂ ਚਿਰ ਕੋਈ ਮੁਕੰਮਲ ਪਿਓ ਨਹੀਂ ਬਣਦਾ। ਉਹ ਪਰਮਾਤਮਾ ਸਾਡੀ ਇੱਕ ਮੁਕੰਮਲ ਐਨ ਪਰਫੈਕਟ ਮਾਂ ਹੈ, ਪਿਓ ਹੈ। ਉਹਦੇ ਵਰਗੇ ਗੁਣ ਆ ਜਾਣ ਤੇ ਸਮਝੋ ਮਾਂ ਬਣ ਗਈ। ਉਹ ਪਰਮਾਤਮਾ ਕਦੀ ਨਾਰਾਜ਼ ਨਹੀਂ ਹੁੰਦਾ। ਸਤਿਗੁਰੂ ਸਾਹਿਬ ਜੀ ਨੇ ਇਹ ਬਚਨ ਸੁਣਿਆ ਤੇ ਕਿਹਾ ਕਿ ਜੇ ਨੀਅਤ ਰਾਸ ਹੋ ਜਾਏ ਤੇ ਰੱਬ ਤੇ ਤੁਹਾਡੇ ਕੋਲ ਹੀ ਹੈ। ਨੀਅਤ ਨੂੰ ਠੀਕ ਕਰਨ ਦੀ ਲੋੜ ਹੈ। ਕੇ ਕਾਰਨ ਬੜ ਛੋੜ ਹੀ ਕਾਹੇ ਤਜੋ ਅਬਾਸ। ਸਤਿਗੁਰੂ ਜੀ ਕਹਿੰਦੇ ਘਰ ਛੱਡਣ ਦੀ ਕੀ ਲੋੜ ਹੈ? ਆ ਕੱਪੜੇ ਉਤਾਰਨ ਦੀ ਕੀ ਲੋੜ ਹੈ? ਰੱਬ ਨੇ ਕੱਪੜੇ ਪਾਉਣ ਲਈ ਦਿੱਤੇ ਨੇ, ਘਰ ਰਹਿਣ ਲਈ ਦਿੱਤੇ ਨੇ। ਸਾਡੇ ਸਤਿਗੁਰੂ ਦੀ ਇਹ ਵਡਿਆਈ ਹੈ, ਆਪਣੇ ਇਸ ਮੁਲਕ ਦੇ ਅੰਦਰ ਧਰਮ ਦੇ ਨਾਂ ਤੇ ਲੋਕਾਂ ਨੂੰ ਘਰੋਂ 'ਚ ਬਾਹਰ ਕੱਢ ਦਿੱਤਾ। ਰੱਬ ਨੂੰ ਮਿਲਣਾ ਜੰਗਲਾਂ 'ਚ ਜਾਓ, ਦੁਨੀਆ ਨਾਸਵੰਤ ਹੈ। ਲੋਕਾਂ ਨੂੰ ਕਹਿਣਾ ਦੁਨੀਆ ਨਾਸਵੰਤ ਹੈ, ਆਪ ਲੋਕਾਂ ਦੀ ਧਨ ਦੌਲ ਦੇ ਸਿਰ ਤੇ ਵੱਡੀਆਂ ਵੱਡੀਆਂ ਜਾਇਦਾਦਾਂ ਬਣਾ ਲੈਣੀਆਂ। ਦੇਖੋ ਕਿੰਨੀ ਹੈਰਾਨੀ ਦੀ ਗੱਲ ਹੈ। ਲੋਕਾਂ ਨੂੰ ਕਹਿਣਾ ਜੀ ਇਹ ਤੇ ਮਿੱਠੀਆ ਹੈ, ਮਾਇਆ ਨਾਲ ਪਿਆਰ ਨਾ ਕਰੋ, ਇਹ ਤੇ ਕੁਝ ਵੀ ਨਾਲ ਨਹੀਂ ਜਾਣਾ, ਤੁਸੀਂ ਤੇ ਐਵੇਂ ਜ਼ਿੰਦਗੀ ਬਿਰਥਾ ਕਰ ਰਹੇ ਹੋ।
ਤੇ ਆਪ ਉਹਨਾਂ ਕੋ ਲੈ ਕੇ ਵੱਡੇ ਗੱਫੇ। ਤੁਸੀਂ ਆਪਣੇ ਭਾਰਤ ਦੇ ਅੰਦਰ ਧਰਮ ਬਹੁਤਾ ਪ੍ਰਚਾਰਿਆ ਗਿਆ, ਤੇ ਭਾਰਤ ਦੇ ਧਰਮ ਮੰਦਰਾਂ ਜਾ ਕੇ ਦੇਖੋ ਤੁਸੀਂ, ਆਪਣੇ ਭਾਰਤ ਦੀ ਜਿੰਨੀ ਵੈਲਥ ਹੈ ਨਾ ਸਮੁੱਚੇ ਇੰਡੀਆ ਦੀ, ਉਹਦੇ ਤੋਂ ਕਈ ਗੁਣਾ ਧਰਮ ਮੰਦਰਾਂ ਦੇ ਅੰਦਰ ਹੈ, ਕਈ ਗੁਣਾ ਜ਼ਿਆਦਾ। ਉਹਦੀ ਗਿਣਤੀ ਤੁਸੀਂ ਕਰ ਲਿਓ। ਸਾਊਥ ਦੇ ਕਈ ਮੰਦਰਾਂ ਜਿੱਥੇ ਹਜ਼ਾਰਾਂ ਟਨ ਸੋਨਾ ਪਿਆ, ਹਜ਼ਾਰਾਂ ਟਨ, ਗਵਰਨਮੈਂਟ ਦੇ ਖਜ਼ਾਨੇ 'ਚ ਨਹੀਂ ਹੋਣਾ, ਹਜ਼ਾਰਾਂ ਟਨ ਸੋਨਾ ਪਿਆ, ਕਈ ਮੰਦਰ ਨੇ। ਔਰ ਕਿੰਨੇ ਟਨ ਸੋਨਾ ਗਜਨਵੀ ਲੁੱਟ ਕੇ ਲੈ ਗਿਆ ਸੋਮਨਾਥ ਦੇ ਮੰਦਰ 'ਚੋਂ, ਇਤਿਹਾਸ ਹੈ। ਕਿੰਨੇ ਟਨ ਸੋਨਾ ਗਜਨਵੀ ਲੁੱਟ ਕੇ ਲੈ ਗਿਆ, ਅਰਬਾਂ ਖਰਬਾਂ ਦੇ ਜਵਾਹਰਾਤ ਹੀਰੇ ਲੁੱਟ। ਕਿੰਨੀ ਵਾਰੀ ਗਜਨਵੀ 11-12 ਹਮਲੇ ਕੀਤੇ, ਅਬਦਾਲੀ ਨੇ ਕੀਤੇ, ਹੋਰ ਕਿੰਨਿਆਂ ਨੇ ਕੀਤੇ। ਕਿੰਨਾ ਧਨ ਲੁੱਟ ਕੇ ਲੈ ਗਏ ਸਾਡੇ ਮੁਲਕ 'ਚੋਂ, ਧਰਮ ਮੰਦਰਾਂ 'ਚੋਂ ਲੋਕ। ਇਸ ਕਰਕੇ ਪਰਮਾਤਮਾ ਦੇ ਨਾਂ ਤੇ ਲੋਕਾਂ ਨੂੰ ਬੜਾ ਗੁੰਮਰਾਹ ਕੀਤਾ ਜਾਂਦਾ ਹੈ। ਪਰਮਾਤਮਾ ਦੇ ਨਾਂ ਤੇ ਘਰ ਛੱਡਣ ਦੀ ਕੀ ਲੋੜ ਹੈ ਜੀ? ਕੱਪੜੇ ਪਾਉਣ ਲਈ ਰੱਬ ਨੇ ਦਿੱਤੇ, ਸੋਹਣੇ ਕੱਪੜੇ ਪਾਓ। ਇਹ ਸਾਡੇ ਗੁਰੂ ਨੇ ਜਿਹੜੇ ਘਰਾਂ ਤੋਂ ਨਹੀਂ ਭੱਜ ਕੇ ਕਿਹਾ ਦੁਨੀਆ ਨਾਸਵੰਤ ਹੈ, ਘਰ ਛੱਡ ਦਿਓ। ਲੋਕੀ ਘਰਾਂ ਨੂੰ ਚੱਲ ਪਏ, ਵੱਡੇ ਵੱਡੇ ਰਾਜੇ ਮੂਰਖ ਬਣ ਗਏ ਨਾ, ਮਗਰ ਲੱਗ ਕੇ ਘਰ ਛੱਡ ਕੇ ਚੱਲ ਗਏ। ਭਰਥਰੀ ਵਰਗੇ ਰਾਜੇ, ਹੋਰ ਕਈ ਰਾਜਿਆਂ ਦਾ ਇਤਿਹਾਸ ਪੜ੍ਹ ਲਓ। ਇਹਦੇ ਦੇ ਇੰਟੈਲੀਜੈਂਟ ਲੋਕ ਸਮਾਜ ਤੋਂ ਲਾਂਭੇ ਹੋ ਗਏ। ਇਹ ਤੇ ਬਾਬਾ ਨਾਨਕ ਜੀ ਆਏ, ਉਹਨਾਂ ਨੇ ਜੰਗਲਾਂ 'ਚ ਗਿਆ ਨੂੰ ਵਾਪਸ ਮੋੜਿਆ, ਉਹ ਘਰਾਂ 'ਚ ਬੈਠੋ, ਤੁਸੀਂ ਤਾਂ ਦੁਨੀਆ ਬਰਬਾਦ ਕਰ ਦੋਗੇ। ਬਾਬਾ ਨਾਨਕ ਜੀ ਨੇ ਕੋਲੋਂ ਘਰ ਬਣਾ ਕੇ ਦਿੱਤੇ, ਇੱਕ ਲੰਗਰ ਲਾਤਾ, ਜਿਹੜਾ ਮਰਜ਼ੀ ਲੰਗਰ ਛਕੋ। ਤੁਸੀਂ ਲੰਗਰ ਤੋਂ ਭੱਜਦੇ, ਰੋਟੀਆਂ ਮੰਗ ਕੇ ਖਾਂਦੇ, ਆ ਜਾਓ ਲੰਗਰ ਛਕੋ ਇੱਥੇ। ਸਭ ਤੋਂ ਪਹਿਲਾਂ ਕਰਤਾਰਪੁਰ ਸਤਿਗੁਰੂ ਜੀ ਨੇ ਵਸਾਇਆ, ਘਰ ਬਣਾ ਕੇ ਦਿੱਤੇ। ਖੰਡੂਰ ਚ ਆਏ, ਗੋਇੰਦਵਾਲ ਨਗਰ ਵਸਾਇਆ, ਅੰਮ੍ਰਿਤਸਰ ਸਾਹਿਬ ਵਸਾਇਆ, ਤਰਨਤਾਰਨ ਵਸਾਇਆ, ਆਨੰਦਪੁਰ ਵਸਾਇਆ, ਕੀਰਤਪੁਰ ਵਸਾਇਆ, ਪੌਂਡਾ ਸਾਹਿਬ ਵਸਾਇਆ। ਕਿੰਨੇ ਨਗਰ ਸਤਿਗੁਰੂ ਜੀ ਨੇ ਵਸਣ ਲਈ ਬਣਾਏ ਨੇ, ਕਾਰੋਬਾਰ ਖੋਲ ਕੇ ਦਿੱਤੇ। ਘਰਾਂ ਚ ਆਓ, ਘਰ ਛੱਡਣ ਦੀ ਕੀ ਲੋੜ ਹੈ? ਕੱਪੜੇ ਉਤਾਰਨ ਦੀ ਕੀ ਲੋੜ ਹੈ? ਕੱਪੜੇ ਸਰੀਰ ਨੂੰ ਚਾਹੀਦੇ ਨੇ, ਗਰਮੀ ਅਨੁਸਾਰ, ਸਰਦੀ ਅਨੁਸਾਰ ਕੱਪੜੇ ਪਾਓ, ਵਧੀਆ ਕੱਪੜੇ ਪਾਓ। ਤੁਸੀਂ ਰੱਬ ਨੇ ਤੁਹਾਨੂੰ ਦਿੱਤਾ ਸਭ ਕੁਝ। ਸਤਿਗੁਰੂ ਜੀ ਕਹਿੰਦੇ ਘਰ ਛੱਡਣ ਦੀ ਕੋਈ ਲੋੜ ਨਹੀਂ ਹੈ। ਮਿਲੇ ਆਨ ਕਰਕੇ ਵਿਖੇ ਹੋਏ ਸਿਦਕ ਜੇ ਰਾਸ। ਸਤਿਗੁਰੂ ਜੀ ਕਹਿੰਦੇ ਪੀਰ ਜੀ, ਪਰਮਾਤਮਾ ਤੇ ਤੁਹਾਨੂੰ ਘਰ ਚੋਂ ਹੀ ਮਿਲ ਸਕਦਾ ਹੈ, ਆਪਣੇ ਘਰ ਚੋਂ ਹੀ। ਆਨ ਦਰਥ ਦਾ ਆਪਣਾ, ਆਪਣੇ ਘਰ ਚੋਂ ਹੀ ਮਿਲ ਸਕਦਾ ਹੈ, ਪਰ ਜੇ ਮਨੁੱਖ ਦੇ ਅੰਦਰ ਸਿਦਕ ਹੋਏ, ਨੀਅਤ ਰਾਸ ਹੋਏ। ਬਾਬਾ ਰਾਮਾਨੰਦ ਜੀ ਦਾ ਇੱਕ ਮੁੱਖ ਵਾਕ ਗੁਰੂ ਗ੍ਰੰਥ ਸਾਹਿਬ ਜੀ ਚ ਅੰਕਿਤ ਹੈ। ਬ੍ਰਾਹਮਣ ਹੋਏ ਨੇ, ਰੱਬ ਦੇ ਬੜੇ ਵੱਡੇ ਭਗਤ ਹੋਏ ਨੇ ਬਾਬਾ ਰਾਮਾਨੰਦ ਜੀ। ਇੱਕ ਵਾਕ ਬਸੰਤ ਰਾਗ ਦੇ ਅੰਦਰ ਦੇਖੋ, ਸਤਿਗੁਰੂ ਜੀ ਨੂੰ ਜਿੱਥੋਂ ਕੋਈ ਵਧੀਆ ਗੱਲ ਵੀ, ਇਸ ਮੁਲਕ ਦੇ ਲੋਕ ਤੇ ਗੁਰੂ ਨਾਨਕ ਸਾਹਿਬ ਜੀ ਦੇ ਪਰਉਪਕਾਰਾਂ ਦਾ ਕਰਜ਼ਾ ਉਤਾਰ ਹੀ ਨਹੀਂ ਸਕਦੇ, ਕਿਉਂਕਿ ਪੜ੍ਹਦੇ ਨਹੀਂ ਲੋਕ ਬਾਣੀ ਨੂੰ। ਲੋਕੀ ਤੇ ਚਰਖਿਆਂ ਦਾ ਇਤਿਹਾਸ ਪੜ੍ਹਾਇਆ ਜਾਂਦਾ ਹੈ, ਚਰਖੇ ਨੂੰ ਸਲਾਮਾ ਕਰੀ ਜਾਂਦੇ ਕਿ ਚਰਖੇ ਨੇ ਆਜ਼ਾਦੀ ਦਵਾਈ ਸਾਨੂੰ। ਬਾਬਾ ਨਾਨਕ ਜੀ ਨੇ ਬਨਾਰਸ ਚੋਂ ਜਾ ਕੇ ਬਾਬਾ ਕਬੀਰ ਸਾਹਿਬ ਜੀ ਦੀ ਬਾਣੀ, ਰਵਿਦਾਸ ਸਾਹਿਬ ਜੀ ਦੀ ਬਾਣੀ, ਬਾਬਾ ਰਾਮਾਨੰਦ ਜੀ ਦੀ ਬਾਣੀ ਲਿਆਂਦੀ। ਉਹ ਰਾਮਾਨੰਦ ਜੀ ਕਹਿੰਦੇ ਨੇ, ਰੱਬ ਦੇ ਪਿਆਰੇ ਕਹਿਣ ਲੱਗੇ, ਇੱਕ ਦਿਵਸ ਮਨ ਭਈ ਉਮੰਗ ਬੋਚੋਵਾ ਚੰਦਨ ਲੈ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਏ। ਇੱਕ ਦਿਨ ਮੇਰਾ ਵੀ ਜੀ ਕੀਤਾ ਕਿ ਚਲੋ ਜਾ ਕੇ ਮੰਦਰ ਵਿੱਚ ਪੂਜਾ ਕਰਦੇ ਆ ਰੱਬ ਦੀ, ਭਗਵਾਨ ਦੀ। ਮੈਂ ਲੈ ਲਈ ਸਮਗਰੀ, ਚੋਵਾ ਚੰਦਨ ਲੈ ਲਿਆ, ਫੁੱਲ ਲੈ ਲਏ, ਅਰਚਾ ਪੂਜਾ ਲਈ, ਤੇ ਮੈਨੂੰ ਮੇਰਾ ਗੁਰੂ ਮਿਲ ਪਿਆ। ਕਹਿਣ ਲੱਗਾ ਕਿੱਧਰ ਚੱਲਿਆ? ਕਹਿੰਦਾ ਪੂਜਨ ਚਾਲੀ ਬ੍ਰਹਮ ਠਾਏ, ਬ੍ਰਹਮ ਦੀ ਪੂਜਾ ਦੇ ਲਈ ਚੱਲਿਆ ਮੰਦਰ 'ਚ। ਤੇ ਮੈਨੂੰ ਮੇਰੇ ਗੁਰੂ ਨੇ ਇੱਕ ਗੱਲ ਕਹੀ, ਉਹਾਂ ਤਾਈਏ ਤਉ ਜਾਈਏ ਜੋ ਇਹਾਂ ਨਾ ਹੋਏ। ਭਗਤ ਰਾਮਾਨੰਦ ਜੀ ਦਾ ਬਚਨ, ਉਹਾਂ ਤਉ ਜਾਈਏ ਜੋ ਇਹਾਂ ਨਾ ਹੋਏ। ਉਹ ਮੰਦਰ 'ਚ ਤੇ ਤਾਂ ਜਾ, ਤੇਰੇ ਜਿਹਦੇ ਘਰ 'ਚ ਰੱਬ ਨਹੀਂ ਹੈ। ਤੂੰ ਜੰਗਲਾਂ ਦੀ ਗੱਲ ਕਰਦੇ ਆ? ਸਤਿਗੁਰੂ ਜੀ ਕਹਿੰਦੇ ਮੰਦਰ ਜਾਂ ਹੋਰ ਕਿਸੇ ਥਾਂ ਤੇ ਅਸੀਂ ਗੁਰਦੁਆਰੇ ਰੱਬ ਨੂੰ ਪੂਜਣ ਲਈ ਨਹੀਂ ਆਉਂਦੇ। ਇੱਕ ਗੱਲ ਚੇਤੇ ਰੱਖਿਓ, ਰੱਬ ਨੂੰ ਪੂਜਣ ਲਈ ਨਹੀਂ ਆਉਂਦੇ। ਇਹ ਪੂਜਾ ਦਾ ਸਥਾਨ ਨਹੀਂ ਹੈ, ਇਹ ਰੱਬ ਦਾ ਗਿਆਨ ਲੈਣ ਦਾ ਸਥਾਨ ਹੈ। ਇਹ ਗਿਆਨ ਦਾ ਘਰ ਹੈ ਗੁਰਦੁਆਰਾ। ਇੱਥੋਂ ਰੱਬ ਦਾ ਗਿਆਨ ਮਿਲਦਾ ਕਿ ਰੱਬ ਹੈ ਕੀ। ਇਹ ਕੋਈ ਇਹ ਨਹੀਂ ਕਿ ਮੱਥਾ ਟੇਕਾਂਗੇ ਰੱਬ ਖੁਸ਼ ਹੋ ਜਾਏਗਾ। 100 ਵਾਰੀ ਟੇਕ ਲਓ ਤੁਸੀਂ ਮੱਥਾ, ਮੁਬਾਰਕ ਹੈ। ਪਰ ਗੁਰਬਾਣੀ ਨੇ ਇੱਕ ਬੜੀ ਸਪਸ਼ਟ ਗੱਲ ਕਹੀ ਹੈ, ਜਿਹੜਾ ਆ ਕੇ ਗੁਰੂ ਪਾਸੋਂ ਗਿਆਨ ਨਹੀਂ ਲੈਂਦਾ, ਗੁਰੂ ਦੀ ਸੁਣਦਾ ਨਹੀਂ ਹੈ, ਉਸ ਨੂੰ ਸੁੱਖ ਨਾ ਉਪਜੇ, ਭਾਵੇਂ 100 ਗੇੜਾ ਆਵੋ ਜਾਓ। 100 ਗੇੜੇ ਮਾਰ ਲਓ, ਦਿਨ 'ਚ ਕੀ ਹੋ ਜਾਏਗਾ? ਸੀਸ ਨਵਾਏ ਕਿਹਾ ਥੀਏ ਜਾਰੇ ਦੇਖ ਸੁਦੇ ਜਾਏ। ਸਿਰ ਝੁਕਾਇਆ ਕਿਉਂ? ਜਿੰਨਾ ਮਰਜ਼ੀ ਮੱਥਾ ਟੇਕ, ਲੰਮੇ ਪੈ ਜਾਓ ਤੁਸੀਂ, ਕੀ ਹੋ ਜਾਏਗਾ? ਮੱਥਾ ਟੇਕਣਾ ਇੱਕ ਬਾਹਰਲੀ ਪ੍ਰਕਿਰਿਆ ਹੈ, ਜ਼ਰੂਰੀ ਹੈ, ਪਰ ਮੱਥਾ ਟੇਕਿਆ ਰੱਬ ਨਹੀਂ ਮਿਲਣਾ। ਰੱਬ ਕਦੋਂ ਮਿਲਣਾ? ਜਦੋਂ ਗਿਆਨ ਹੋਏਗਾ ਸਾਡੇ ਅੰਦਰ। ਗੁਰੂ ਦੇ ਦਰ ਤੇ ਗਿਆਨ ਹੈ, ਸਿਰਫ ਗਿਆਨ। ਗਿਆਨ ਹੀ ਧਰਮ ਹੈ। ਜੇ ਗਿਆਨ ਨਹੀਂ ਹੈ ਤੇ ਧਰਮ ਹੀ ਨਹੀਂ ਹੋ ਸਕਦੇ ਆਪਾਂ। ਜਾਂ ਗਿਆਨ ਤੇ ਧਰਮ ਹੈ। ਸਤਿਗੁਰੂ ਜੀ ਕਹਿਣ ਲੱਗੇ, ਉਹ ਨੀਅਤ ਨੂੰ ਰਾਸ ਕਰ ਲਓ, ਮਨ 'ਚ ਸਿਰਕ ਲਿਆਓ, ਘਰ 'ਚ ਹੀ ਰੱਬ ਹੈ। ਬਾਬਾ ਰਾਮਾਨੰਦ ਜੀ ਕਹਿੰਦੇ, ਮੈਨੂੰ ਮੇਰੇ ਗੁਰੂ ਨੇ ਕਹਿਤਾ ਕਿ ਘਰ 'ਚ ਹੀ ਪਰਮਾਤਮਾ ਹੈ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਇਓ। ਘਰ 'ਚ ਹੀ ਹੈ ਪਰਮਾਤਮਾ, ਮਨ ਵਿੱਚ ਹੈ। ਸੁਨੋ ਸ਼ੇਖ ਔਰਤ ਗਰ ਹੋਏ, ਗਇਓ ਵਿਦੇਸ਼ ਕੰਤ ਹੈ ਜੋਏ। ਜੀ ਨੇ ਇੱਕ ਉਦਾਹਰਨ ਦਿੱਤੀ ਹੈ, ਘਰ ਹੀ ਮੁੰਦ ਵਿਦੇਸ਼ ਨਿਤ ਫਿਰ ਨਿਤ ਝੂਰੇ ਸੰਭਾਲੇ। ਸ਼ੇਖ ਜੀ,
ਇਸਤਰੀ ਜਿਹੜੀ ਹੈ, ਪਤਨੀ ਜਿਹੜੀ ਉਹ ਘਰ 'ਚ ਹੁੰਦੀ ਹੈ, ਪਤੀ ਜਿਹੜਾ ਪ੍ਰਦੇਸ਼ ਵਿੱਚ ਹੁੰਦਾ ਹੈ। ਭੈਨਿਤ ਕਰਤ ਕੰਤ ਚਿਤ ਮਾਹੀ, ਰਾਖੇ ਸਿਦਕ ਜੇ ਡੋਲੇ ਉਹਦੇ ਮਨ 'ਚ ਨਾਹੀ। ਆਪਣੇ ਪਤੀ ਦਾ ਪਿਆਰ ਹੈ, ਸਿਦਕ ਹੈ, ਤੇ ਉਹਨੂੰ ਪਤਾ ਹੈ ਕਿ ਆ ਜਾਣਾ, ਉਹਨੇ ਘਰ 'ਚ ਮਿਲ ਜਾਣਾ ਹੈ, ਔਰ ਬੜੇ ਸਿਦਕ ਨਾਲ ਆਪਣੇ ਘਰ 'ਚ ਰਹਿੰਦੀ ਹੈ। ਆਨ ਮਿਲੇ ਤੇ ਕੰਤ ਅਵਾਸਾ, ਪ੍ਰੀਤ ਕਰਤ ਨਿਤ ਰਹਿ ਪਾਸਾ। ਉਹਦੇ ਮਨ 'ਚ ਸਿਦਕ ਹੈ, ਖਿੱਚ ਹੈ, ਤੇ ਕੰਤ ਆ ਹੀ ਜਾਂਦਾ ਹੈ ਨਾ ਘਰ 'ਚ, ਪ੍ਰਦੇਸ਼ ਗਿਆ ਪਤੀ ਆ ਜਾਂਦਾ ਹੈ। ਜੇ ਔਰਤ ਹੋਵੇ ਬਰਦ ਬਦਰਾ, ਗਾਫਲ ਬਈ ਅਵਰ ਜਿਤ ਜਾ। ਜੇ ਕੋਈ ਇਸਤਰੀ ਸਿਦਕ ਵੀ ਹੋਣੀ ਹੋ ਜਾਏ, ਆਪਣੇ ਪਤੀ ਦੇ ਪ੍ਰਤੀ ਉਹਦੀ ਪਤੀ ਭਗਤੀ ਜਿਹੜੀ ਨਾ ਹੋਏ, ਜਾਂ ਐਵੇਂ ਕਹਿ ਲੋ ਕਿ ਉਹ ਪਤੀ ਨਾਲੋਂ ਟੁੱਟ ਜਾਏ, ਹੋਰ ਕੁਰਾਹੇ ਪੈ ਜਾਏ ਜੇ, ਤੇ ਕੋ ਕੰਤ ਭੁਲਾਵੇ ਮਨ ਤੇ, ਦੁਖੀ ਦੁਹਾਗਣ ਫਿਰੇ ਜਵਨ ਤੇ। ਉਹਦੇ ਇਸ ਕੰਮਕਾਰ ਨੂੰ ਦੇਖ ਕੇ, ਕਿਰਦਾਰ ਨੂੰ ਦੇਖ ਕੇ ਕੰਤ ਵੀ ਉਹਨੂੰ ਭੁਲਾ ਦਿੰਦਾ ਹੈ। ਪਰਮਾਤਮਾ ਸਾਡਾ ਕੰਤ ਹੈ। ਅਸੀਂ ਸਾਰੀਆਂ ਗੁਰਬਾਣੀ ਕੀ ਨੇ ਇਸ ਜਗ ਮੈਂ ਪੁਰਖੇ ਕਹਿ ਔਰ ਸਗਲੀ ਨਾਰ ਸਬਾਈ, ਆਪਾਂ ਪਰਮਾਤਮਾ ਦੀਆਂ ਇਸਤਰੀਆਂ। ਤੇ ਜੇ ਅਸੀਂ ਪਰਮਾਤਮਾ ਦੇ ਪ੍ਰਤੀ ਸਿਦਕ ਹੀ ਨਹੀਂ ਹੈ, ਕਦੀ ਕਬਰਾਂ ਤੇ ਚਲੇ ਗਏ, ਕਦੀ ਮੱਠਾਂ ਤੇ ਚਲੇ ਗਏ, ਕਦੀ ਬੰਦਿਆਂ ਦੇ ਮਗਰ ਮਗਰ ਤੁਰੇ ਫਿਰਦੇ ਰਹੇ, ਕਦੀ ਪਸ਼ੂਆਂ ਨੂੰ ਮੱਥੇ ਟੇਕ ਲਏ, ਕਦੀ ਗੋਹੇ ਨੂੰ ਮੱਥੇ ਟੇਕ ਲਏ, ਕਦੀ ਮਿੱਟੀ ਨੂੰ ਮੱਥੇ ਟੇਕ ਲਏ, ਕਦੀ ਪੰਛੀਆਂ ਨੂੰ ਮੱਥੇ ਟੇਕ ਲਏ, ਕਦੀ ਸੱਪਾਂ ਨੂੰ ਮੱਥੇ ਟੇਕ ਲਏ, ਤੇ ਰੱਬ ਇਵੇਂ ਥੋੜਾ ਮਿਲੇਗਾ। ਰੱਬ ਨੂੰ ਮਿਲਣ ਲਈ ਰੱਬ ਦਾ ਗਿਆਨ ਚਾਹੀਦਾ, ਸਿਦਕ ਚਾਹੀਦਾ। ਸਤਿਗੁਰੂ ਜੀ ਕਹਿੰਦੇ ਸਾਡੀ ਹਾਲਤ ਤਾਂ ਇਹੀ ਹੈ। ਸੋਨਿਆਸ ਬਚਨ ਸ਼ੇਖ ਸੁਖ ਪਾਏ, ਬੂਝੀ ਬੋਰੋ ਖਬਰ ਖੁਦਾਏ। ਗੱਲ ਸੁਣੀ ਸ਼ੇਖ ਨੇ ਤੇ ਬੜਾ ਖੁਸ਼ ਹੋ ਗਿਆ। ਫਿਰ ਅਗਲੀ ਗੱਲ ਸਤਿਗੁਰੂ ਜੀ ਦੇ ਨਾਲ ਉਹਨਾਂ ਇੱਕ ਸਵਾਰ ਸਾਂਝਾ ਕੀਤਾ ਹੈ। ਫਰੀਦਾ ਨੰਡੀ ਕੰਤ ਨਾ ਰਾਵੇਓ, ਵੱਡੀ ਥੀ ਮੁਆਸ। ਧਨ ਕੁਕੇਂਦੀ ਗੋਰ ਮੈਂ ਤੈ ਸ਼ਹਿਨਾ ਮਿਲਿਆਸ। ਬਾਬਾ ਫਰੀਦ ਸਾਹਿਬ ਜੀ ਦੇ ਬੜੇ ਹੀ ਪਿਆਰ ਮਿੱਠੇ ਬਚਨ ਗੁਰੂ ਗ੍ਰੰਥ ਸਾਹਿਬ ਜੀ 'ਚ ਅੰਕਿਤ ਨੇ, ਇਹਨਾਂ ਦੇ ਕੋਲ ਸਨ ਤੇ ਸਤਿਗੁਰੂ ਜੀ ਲਿਆਏ ਇਹਨਾਂ ਕੋਲੋਂ। ਉਹ ਸ਼ਲੋਕ ਬਾਬਾ ਫਰੀਦ ਸਾਹਿਬ ਜੀ ਦਾ ਹੋਰ ਪੜਿਆ, ਫਰੀਦਾ ਨੱਡੀ ਕੰਤ ਨਾ ਰਾਵਿਓ, ਵੱਡੀ ਥੀ ਮੁਆਸ। ਨੱਡੀ ਦਾ ਅਰਥ ਜਦੋਂ ਜਵਾਨ ਹੋਏ, ਜਦੋਂ ਕੋਈ ਬੱਚੀ ਜਵਾਨ ਹੈ, ਉਦੋਂ ਉਹਨੇ ਕੰਤ ਨਾਲ ਆਪਣਾ ਘਰ ਵਸਾਉਣ ਦਾ ਕੋਈ ਯਤਨ ਨਹੀਂ ਕੀਤਾ, ਕੰਤ ਨੂੰ ਚੇਤੇ ਨਹੀਂ ਕੀਤਾ। ਵੱਡੀ ਥੀ ਮੁਆਸ, ਪਰ ਜਦੋਂ ਜਵਾਨੀ ਨਿਕਲ ਗਈ, ਬਜ਼ੁਰਗ ਅਵਸਥਾ ਆ ਗਈ, ਮਰ ਗਈ, ਫਿਰ ਧਨ ਕੋ ਕਹਿੰਦੀ ਗੋਰ ਮੈਂ ਤੈਸੇ ਨਾ ਮਿਲਿਆ। ਸੁਣੋ, ਮਰੀਆਂ 'ਚ ਜਾ ਕੇ ਕੋਈ ਕੰਤ ਨੂੰ ਯਾਦ ਕਰੇ, ਉੱਥੇ ਥੋੜਾ ਮਿਲਣਾ ਕੋਈ। ਰੱਬ ਨੂੰ ਚੇਤੇ ਕਰਨ ਦਾ ਕੋਈ ਟਾਈਮ ਹੈ। ਬਾਬਾ ਫਰੀਦ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ, ਜਾਂ ਤੋ ਖੱਟਣ ਵੇਲ ਤਾਂ ਤੂੰ ਰਤਾ ਦੁਨੀ ਸਿਓ। ਤੁਸੀਂ ਜ਼ਿੰਦਗੀ 'ਚ ਕੋਈ ਐਜੂਕੇਸ਼ਨ ਲੈਣੀ ਹੈ, ਉਹਦੇ ਲਈ ਕੋਈ ਜ਼ਿੰਦਗੀ ਦਾ ਕੋਈ ਪੜਾਅ ਹੁੰਦਾ ਹੈ ਕਿ ਕਦੋਂ ਆਪਾਂ ਪੜ੍ਹ ਸਕਦੇ ਹਾਂ। ਤੁਸੀਂ ਕੋਈ ਜ਼ਿੰਦਗੀ 'ਚ ਕਾਮਯਾਬ ਬਿਜ਼ਨਸਮੈਨ ਬਣਨਾ ਹੈ, ਉਹ ਜ਼ਿੰਦਗੀ ਦਾ ਕੋਈ ਪੜਾਅ ਹੁੰਦਾ ਹੈ, ਕੋਈ ਉਮਰ ਦਾ ਕੋਈ ਤਕਾਜ਼ਾ ਹੁੰਦਾ ਹੈ। ਤੁਸੀਂ ਜ਼ਿੰਦਗੀ ਦਾ, ਜਿੰਨੇ ਦੁਨੀਆ ਦੇ ਇਨਕਲਾਬੀ ਲੋਕ ਹੋਏ ਨੇ, ਭਾਵੇਂ ਉਹ ਕਿਸੇ ਵੀ ਲਾਈਨ 'ਚ ਹੋਏ ਨੇ, ਕਿਸੇ ਵੀ ਥਾਂ ਤੇ ਹੋਏ ਨੇ, ਤੁਸੀਂ ਉਮਰ ਉਹਨਾਂ ਦੇਖੋ ਜਿਨ੍ਹਾਂ ਨੇ ਕੁਝ ਕਰਨਾ ਹੈ, ਉਹ ਆਪਣੀ ਜਵਾਨੀ ਦੇ ਵਿੱਚ ਕਰ ਜਾਂਦੇ ਨੇ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ 41 ਸਾਲ 9 ਮਹੀਨੇ 15 ਦਿਨਾਂ 'ਚ ਉਹ ਕੰਮ ਕਰ ਦਿੱਤੇ ਜਿਹੜੇ ਦੁਨੀਆ ਦੇ ਕਈ ਯੁੱਗਾਂ 'ਚ ਨਹੀਂ ਕੀਤੇ ਜਾ ਸਕਦੇ, ਕਿਉਂਕਿ ਅਸੀਂ ਕਦੀ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਨੂੰ ਪੜ੍ਹਿਆ ਹੀ ਨਹੀਂ ਕਿ ਉਹਨਾਂ ਦੀ ਕੀ ਦੇਣ ਹੈ। ਉਹਨਾਂ ਦੀ ਦੇਣ ਹੈ ਕਿ ਉਹਨਾਂ ਨੇ ਇੱਕ ਇਹੋ ਜਿਹਾ ਜਜ਼ਬਾ ਭਰ ਦਿੱਤਾ ਸਮਾਜ ਦੇ ਅੰਦਰ ਜਿਹੜਾ ਕਦੀ ਜ਼ੁਲਮ ਨੂੰ ਬਰਦਾਸ਼ਤ ਨਹੀਂ ਕਰਦਾ। ਉਹਨਾਂ ਦੀ ਦੇਣ ਹੈ ਕਿ ਉਹਨਾਂ ਦੇ ਭਰੇ ਜਜ਼ਬੇ ਸਦਕਾ ਇਹ ਜਿਹੜੇ ਪੱਛਮ ਵੱਲੋਂ ਹਮਲਾਵਰ ਦਰਾ ਖੈਬਰ ਨੂੰ ਪਾਰ ਕਰਕੇ ਆਉਂਦੇ ਸਨ, ਸਦਾ ਲਈ ਉਹ ਦਰਾ ਖੈਬਰ ਬੰਦ ਕਰ ਦਿੱਤਾ। ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਦੇਣ ਹੈ ਕਿ ਉਹਨਾਂ ਨੇ ਇੱਕ ਇਹੋ ਜਿਹੀ ਸੋਚ ਪੈਦਾ ਕਰ ਦਿੱਤੀ। ਜਦੋਂ ਵੀ ਜਿੱਥੇ ਵੀ ਡਾਕਟਰ ਆਪਣੇ ਮੁਲਕ ਦੇ ਸਾਬਕਾ ਰਾਸ਼ਟਰਪਤੀ ਜ਼ਾਕਿਰ ਹੁਸੈਨ ਜੀ ਨੇ ਇਹ ਗੱਲ ਲਿਖੀ ਹੈ, ਜਦੋਂ ਵੀ ਮਨੁੱਖਤਾ 'ਚ ਹਨੇਰਾ, ਅਨਿਆਂ, ਤਸੱਦਦ ਜਾਂ ਨਾ ਬਰਾਬਰਤਾ ਦੀ ਗੱਲ ਚੱਲੇਗੀ, ਉਦੋਂ ਲੋਕਾਂ ਨੂੰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਚੇਤੇ ਆਏਗੀ। ਉਦੋਂ ਲੋਕਾਂ ਦੇ ਅੰਦਰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦਾ ਉਪਦੇਸ਼ ਜਜ਼ਬਾ ਪੈਦਾ ਕਰੇਗਾ। ਇਸ ਕਰਕੇ ਉਹ ਜਜ਼ਬਾ ਹੁਣ ਪ੍ਰਗਟ ਹੋਣਾ ਸ਼ੁਰੂ ਹੋ ਗਿਆ ਪੰਜਾਬ ਵਾਸੀਆਂ ਦੇ ਮਨ ਅੰਦਰ। ਜ਼ੁਲਮ ਨੂੰ ਬਰਦਾਸ਼ਤ ਨਹੀਂ ਕਰਦੇ ਪੰਜਾਬ ਦੇ ਲੋਕ, ਇਹ ਕਦੀ ਧੱਕੇ ਨੂੰ ਬਰਦਾਸ਼ਤ ਨਹੀਂ ਕਰਨਗੇ। ਇਹ ਇਤਿਹਾਸ ਹੈ ਪੰਜਾਬ ਦੇ ਪੰਜਾਂ ਪਾਣੀਆਂ ਦਾ। ਪੋਰਸ ਵਰਗਿਆਂ ਨੇ ਸਿਕੰਦਰ ਨੂੰ ਹਰਾਤਾ। ਸਿਕੰਦਰ ਇਸ ਧਰਤੀ ਤੋਂ ਮੁੜਿਆ ਸੀ, ਕੋਈ ਨਹੀਂ ਹਰਾ ਸਕਿਆ, ਤੇ ਇਸ ਧਰਤੀ ਨੇ ਮੋੜਿਆ ਸੀ ਸਿਕੰਦਰ ਨੂੰ ਵਾਪਸ। ਇਸ ਕਰਕੇ ਇਹ ਸਾਡੇ ਸਤਿਗੁਰੂ ਜੀ ਨੇ ਇਸ ਸਥਾਨ ਤੇ ਆ ਕੇ ਬਾਣੀ ਉਚਾਰੀ, ਇੱਕ ਨਵਾਂ ਸਮਾਜ ਸਿਰਜਿਆ। ਸਤਿਗੁਰੂ ਜੀ ਨੇ ਗੱਲ ਕਹੀ ਕਿ ਜੋ ਵੀ ਕਰਨੇ ਜਵਾਨੀ 'ਚ ਹੋ ਸਕਦਾ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਜਦੋਂ ਜਵਾਨੀ ਸੀ ਉਦੋਂ ਤੇ ਲਾਪਰਵਾਹੀ 'ਚ ਜ਼ਿੰਦਗੀ ਬਤੀਤ ਲੰਘ ਗਈ। ਹੁਣ ਕਬਰਾਂ 'ਚ ਜਾ ਕੇ ਕੋਈ ਕਹੇ ਕਿ ਰੱਬ ਮਿਲਦਾ ਹੈ, ਆਪਾਂ ਨਹੀਂ ਦੇਖਦੇ ਜ਼ਿਆਦਾਤਰ। ਦੇਖੋ, ਧਰਮ ਸਥਾਨਾਂ ਤੇ ਨੌਜਵਾਨਾਂ ਦੀ ਬਹੁਤ ਘੱਟ ਗਿਣਤੀ ਦੇਖੀ ਜਾਂਦੀ ਹੈ। ਜਵਾਨ 'ਚ ਬੱਚੇ ਬੱਚੀਆਂ ਸਾਡੇ ਗੁਰੂ ਘਰਾਂ 'ਚ ਜਾਂ ਧਰਮ ਮੰਦਰਾਂ 'ਚ ਦੇਖਾ ਦੇਖੀ ਆ ਜਾਣ, ਕੋਈ ਕਰਮ ਕਾਂਡ ਲਈ ਆ ਜਾਣ, ਗੱਲ ਵੱਖਰੀ ਹੈ, ਜੁੜਦੇ ਨਹੀਂ। ਉਹਦਾ ਕਾਰਨ ਕੀ ਹੈ?
ਇੱਕ ਧਾਰਨਾ ਬਣੀ ਹੈ ਕਿ ਗੁਰਦੁਆਰੇ ਜਾਂ ਧਰਮ ਮੰਦਰ ਤੇ ਬੁੱਢਿਆਂ ਦਾ ਹੀ ਜਾਣਾ ਕੰਮ ਹੈ, ਬੁੱਢੇ ਬਾਰੇ ਚੱਲ ਜਾਂਗੇ, ਰੱਬ ਦਾ ਨਾਮ ਲੈ ਲਵਾਂਗੇ, ਕੋਈ ਨਹੀਂ ਹੁਣ ਮੌਜ ਮੇਲਾ ਮਾਣ ਲਓ ਜੀ। ਇੱਕ ਬਹੁਤ ਵੱਡਾ ਇਹ ਭੁਲੇਖਾ ਹੈ। ਜੋ ਕੰਮ ਅਸੀਂ ਜਵਾਨੀ 'ਚ ਨਹੀਂ ਕਰ ਸਕੇ ਉਹ ਬੁੱਢੇ ਬਾਰੇ ਕਦੀ ਵੀ ਨਹੀਂ ਹੋ ਸਕਦਾ। ਦੇਖੋ, ਜਦੋਂ ਤੁਹਾਨੂੰ ਨਜ਼ਰ ਨਹੀਂ ਆਉਂਦਾ, ਜਦੋਂ ਤੁਹਾਡੇ ਕੋਲ ਸੁਣਿਆ ਨਹੀਂ ਜਾਂਦਾ, ਤੁਸੀਂ ਕਹੋ ਜੀ ਆਪਾਂ ਹੁਣ ਬੜਾ ਤਗੜਾ ਬਿਜ਼ਨਸ ਖੜਾ ਕਰ ਲਾਂਗੇ, ਅਸੀਂ ਬੜੀ ਤਗੜੀ ਐਜੂਕੇਸ਼ਨ ਲੈ ਲਾਂਗੇ, ਕਿਵੇਂ ਹੋ ਸਕਦੀ ਇਹ ਗੱਲ? ਸਭ ਤੋਂ ਔਖਾ ਕੰਮ ਜਿਹੜਾ ਹੈ ਨਾ, ਸਭ ਤੋਂ ਔਖਾ ਕੰਮ, ਬਿਜ਼ਨਸ ਕੋਈ ਕਾਇਮ ਕਰ ਸਕਦਾ ਹੈ, ਐਜੂਕੇਸ਼ਨ ਕੋਈ ਲੈ ਸਕਦਾ ਹੈ, ਦੁਨੀਆ ਦੇ ਹੋਰ ਕੰਮ ਕਰ ਸਕਦਾ ਹੈ, ਸਭ ਤੋਂ ਔਖਾ ਕੰਮ ਹੈ ਆਪਣੇ ਮਨ ਨੂੰ ਜਿੱਤਣਾ। ਆਪਣੇ ਮਨ ਨੂੰ ਜੇ ਜਿੱਤ ਸਕਦੇ ਤੇ ਉਹ ਵੀ ਜਵਾਨੀ 'ਚ ਹੀ ਜਿੱਤ ਸਕਦੇ ਹੋ। ਆਪਣੇ ਮਨ ਨੂੰ ਜੇ ਤੁਸੀਂ ਕਾਬੂ ਕਰਕੇ ਜ਼ਿੰਦਗੀ 'ਚ ਆਦਰਸ਼ਕ ਜਾਂ ਇੱਕ ਚੰਗੇ ਇਨਸਾਨ ਬਣ ਸਕਦੇ ਤੇ ਜਵਾਨੀ 'ਚ। ਨਹੀਂ ਤੇ ਸਿਆਣਿਆਂ ਨੇ ਇੱਕ ਤੱਤ ਕੱਢਿਆ ਕਿ ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ। ਜਿਹੜੀਆਂ ਵਾਦੀਆਂ ਆਦਤਾਂ ਪੈ ਜਾਣ ਨਾ ਉਹ ਫਿਰ ਮੜੀਆਂ ਤੱਕ ਨਾਲ ਹੀ ਜਾਂਦੀਆਂ ਨੇ। ਉਹ ਨਹੀਂ ਕਿ ਬੁੱਢੇ ਵਾਲੇ ਮਾੜਾ ਫੜ ਲਾਂ ਕਿਤੇ ਬਦਲ ਲਵਾਂਗੇ, ਆ ਜਾਾਂਗੇ ਮਜਬੂਰੀ, ਨਿਆਣੇ ਨਹੀਂ ਪੁੱਛਦੇ ਤੇ ਗੁਰਦੁਆਰੇ ਆ ਕੇ ਬਹਿ ਜਾਾਂਗੇ ਨੁੱਕਰੇ ਜੇ ਆਪਾਂ ਗੱਲਾਂ ਹੀ ਕਰਦੇ ਰਵਾਂਗੇ, ਗੁਰੂ ਦੀ ਗੱਲ ਨਹੀਂ ਸੁਣਨਾਵਾਂਗੇ, ਵੱਧ ਤੋਂ ਵੱਧ ਟਾਈਮ ਪਾਸ ਕਰਨ ਆ ਜਾਾਂਗੇ। ਇਹੀ ਕੁਝ ਹੈ। ਦੇਸਾਂ ਪ੍ਰਦੇਸਾਂ ਗੁਰਦੁਆਰਿਆਂ ਦੇਖਦੇ ਬਜ਼ੁਰਗ ਆਉਂਦੇ ਨੇ, ਜੀ ਆਇਆਂ ਨੂੰ, ਚੰਗੀ ਗੱਲ ਹੈ, ਭਾਗਾਂ ਵਾਲੇ ਨੇ ਜਿਹੜੇ ਸੁਣਦੇ ਨੇ ਗੁਰੂ ਦੀ ਗੱਲ। ਇੰਗਲੈਂਡ 'ਚ ਮੈਂ ਦੇਖਿਆ ਬਜ਼ੁਰਗ ਆਉਂਦੇ ਨੇ 9-10 ਵਜੇ ਗੱਡੀਆਂ 'ਚ ਆ ਜਾਂਦੇ ਨੇ ਗੁਰਦੁਆਰੇ, ਬੜੇ ਚੰਗੇ ਲੱਗਦੇ ਨੇ। ਸਾਰਾ ਦਿਨ ਬੈਠਣਗੇ, ਪਕੌੜੇ ਸਕੌੜੇ ਖਾਣਗੇ, ਲੰਗਰ ਸ਼ੰਗਰ ਛਕਣਗੇ, ਟੈਲੀਵਿਜ਼ਨ ਲਾਏ ਨੇ, ਪ੍ਰੋਗਰਾਮ ਤਾਸ਼ ਖੇਡਣਗੇ। ਜਿਸ ਵੇਲੇ ਰਹਿ ਦਾ ਪਾਠ ਸ਼ੁਰੂ ਹੁੰਦਾ ਚੁੱਕ ਕੇ ਘਰੋਂ ਤੁਰ ਪੈਂਦੇ ਨੇ। ਪਾਠ ਨਹੀਂ ਕਰਨੀ ਪੈਣ ਦਿੰਦੇ ਉਹ ਸਿਰਫ ਟਾਈਮ ਪਾਸ ਕਰਨ ਲਈ ਆਉਂਦੇ ਨੇ ਗੁਰਦੁਆਰਿਆਂ 'ਚ। ਆਉਣਾ ਜੀ ਆਇਆਂ ਨੂੰ ਜਿੱਦਾਂ ਵੀ ਕੋਈ ਆਏ, ਪਰ ਜੇਕਰ ਕੋਈ ਕਹੇ ਕਿ ਬੁੱਢੇ ਬਾਰੇ ਮੈਂ ਧਰਮ ਸਿੱਖ ਲਵਾਂ, ਨਹੀਂ ਹੋ ਸਕਦਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਨੱਡੀ ਕੰਤ ਨਾ ਰਾਵਿਓ ਵੱਡੀ ਥੀ ਮੁਈ ਆਸ, ਧਨ ਕੋ ਕਹਿੰਦੀ ਗੋਰ ਮੈਂ, ਜਦੋਂ ਤੈਂ ਸਾਹਿਬ ਕੀ ਆਸ, ਜਦੋਂ ਗੋਰ ਦਾ ਅਰਥ ਕਬਰਾਂ 'ਚ ਜਲਣ ਵਾਲਾ ਬੰਦਾ ਹੋਏ ਤੇ ਉਦੋਂ ਉਹ ਰੱਬ ਨੂੰ ਮਿਲਣ ਦੀ ਕੀ ਆਸ ਹੋ ਸਕਦੀ ਹੈ? ਪਰਮਾਤਮਾ ਦੇ ਪਿਆਰ 'ਚ ਹੁਣ ਤੋਂ ਹੀ ਜੁੜਨਾ ਪਏਗਾ। ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ। ਜੇ ਰੱਬ ਦੇ ਲਈ ਆਪਾਂ ਇਹੀ ਸੋਚਿਆ ਕਿ ਬੁੱਢੇ ਬਾਰੇ ਜਾਂ 50 ਸਾਲ ਤੋਂ ਬਾਅਦ 75 ਸਾਲ ਤੋਂ ਬਾਅਦ ਜੁੜਨਾ ਹੈ, ਕਦੀ ਨਹੀਂ ਜੁੜ ਸਕਦਾ ਬੰਦਾ। ਰੱਬ ਨਾਲ ਜੁੜਨ ਦਾ ਅਰਥ ਨਹੀਂ ਕਿ ਰੱਬ ਕੋਈ ਵਿਅਕਤੀ ਨੂੰ ਆਪਾਂ ਲੱਭ ਲਵਾਂਗੇ। ਰੱਬ ਨਾਲ ਜੁੜਨ ਦੇ ਲਈ ਆਪਣੇ ਅੰਦਰ ਇੱਕ ਕਿਰਦਾਰ ਪੈਦਾ ਕਰਨਾ ਪੈਂਦਾ, ਕੁਆਲਿਟੀ ਪੈਦਾ ਕਰਨੀ ਪੈਂਦੀ, ਆਚਾਰ ਪੈਦਾ ਕਰਨਾ ਪੈਂਦਾ ਤੇ ਉਹਦੇ ਲਈ ਮਨੁੱਖ ਨੂੰ ਰੋਜ਼ ਯਤਨ ਕਰਨਾ ਪੈਂਦਾ। ਤੰਦਰੁਸਤ ਰਹਿਣ ਲਈ ਰੋਜ਼ ਆਪਾਂ ਰੋਟੀ ਖਾਂਦੇ ਆ, ਐਕਸਰਸਾਈਜ਼ ਕਰਦੇ ਆ ਨਾ। ਇਹ ਨਹੀਂ ਹੈ ਕਿ ਤੁਸੀਂ ਰੋਗੀ ਹੋ ਗਏ ਹੁਣ ਕੋਈ ਡੰਡ ਬੈਠਕਾਂ ਮਾਰੋ ਅਸੀਂ ਤੰਦਰੁਸਤ ਹੋ ਜਾਾਂਗੇ, ਹੋ ਸਕਦਾ ਕਦੀ? ਰੋਗੀ ਹੋ ਗਏ ਹੁਣ ਤੇ ਸਮਾਂ ਲੱਗੇਗਾ, ਟਾਈਮ ਦੇ ਨਾਲ ਰੋਜ਼ ਜੇ ਕਰੋਗੇ ਤਾਂ। ਇਸ ਕਰਕੇ ਆਪਾਂ ਜੇ ਮਾਨਸਿਕ ਤੌਰ ਤੇ ਰੋਗੀ ਆ, ਅਧਿਆਤਮਿਕ ਤੌਰ ਤੇ ਅਸੀਂ ਰੋਗੀ ਆ, ਤੇ ਤੁਸੀਂ ਕਹੋ ਜੇ ਅਸੀਂ ਰੱਬ ਨੂੰ ਮਿਲਣਾ ਹੈ ਤੇ ਰੱਬ ਨੂੰ ਹੋਣ ਲਈ ਆਤਮਿਕ ਤੌਰ ਤੇ, ਅਧਿਆਤਮਿਕ ਤੌਰ ਤੇ ਤੁਹਾਨੂੰ ਤੰਦਰੁਸਤ ਹੋਣਾ ਪਏਗਾ, ਪਿਓਰ ਹੋਣਾ ਪਏਗਾ ਤੇ ਉਹਦੇ ਲਈ ਰੋਜ਼ ਅਭਿਆਸ ਕਰਨਾ ਪਏਗਾ, ਰੋਜ਼ ਸੱਚ ਨਾਲ, ਰੋਜ਼ ਸੇਵਾ ਨਾਲ, ਰੋਜ਼ ਰੱਬ ਦੇ ਪਿਆਰ ਜੁੜਿਆ। ਸਹਿਜੇ ਸਹਿਜੇ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੋ, ਜਬ ਆਪਾ ਪਰ ਕਾ ਮਿਟ ਗਿਆ, ਜਦ ਦੇਖੋ ਤਾਂ ਤੂੰ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ। ਸਤਿਗੁਰੂ ਜੀ ਸਾਰਿਆਂ ਨੂੰ ਆਪਣੀ ਦਰੋਂ ਕਰੋ ਨਾਮ ਬਾਣੀ ਦਾ ਪਿਆਰ ਬਖਸ਼ਣ। ਇਹ ਗੁਰੂ ਚਰਨਾਂ ਚ ਅਰਦਾਸ ਹੈ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।